ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਾਗੇ ਆਇਓ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਜਿਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇਕ ਜੀਹ ਕਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਬਡਾਈ। ਸਿਮਰ 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 ਨਾਮ ਜੀਵਾ, ਤਨ ਮਨ ਹੋਏ ਨਿਹਾਲਾ। ਚਰਨ ਕਮਲ ਤੇਰੇ ਧੋਏ ਧੋਏ ਪੀਵਾ, ਮੇਰੇ ਸਤਿਗੁਰ ਦੀਨ ਦਿਆਲਾ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੈ ਦੁਆਰੈ ਆਇਆ। ਨਾਨਕ ਕਉ ਪ੍ਰਭ ਭਏ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਨਾਵਾ, ਪ੍ਰਾਨੀ ਨਾਰਾਇਣ ਸੁਧ ਲੇਹ। ਛਿਨ ਛਿਨ ਓਦ ਕਟੇ ਹੈ, ਨਿਸਬਾਸੁਰ ਬਿਰਥਾ ਜਾਤ ਹੈ ਦੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਬਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਹਜੂਰ ਦੇ ਸਤ ਸੰਗਤ ਦੀਆਂ ਘੜੀਆਂ ਮਸਤਕ ਵਿੱਚ ਪਾ ਕੇ ਸੁਵਾਸਾਂ ਨੂੰ ਹਜੂਰ ਸਫਲ ਕਰ ਰਹੇ ਹਨ। ਸਾਧ ਸੰਗਤ ਜੀ, ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦੀ ਅੰਮ੍ਰਿਤ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਹਜੂਰ ਕਿਰਪਾ ਕਰਦੇ ਹਨ। ਅੱਜ ਰਾਮ ਕਲੀ ਰਾਗ ਵਿੱਚ ਹਜੂਰ ਜਿਸ ਤਰ੍ਹਾਂ ਤੀਸਰਾ ਸ਼ਬਦ ਬ੍ਰਹਮ ਗਿਆਨ ਸਾਨੂੰ ਬਖਸ਼ ਕੇ ਨਿਹਾਲ ਕਰ ਰਹੇ ਹਨ। ਸਾਧ ਸੰਗਤ ਜੀ, ਮਹਾਰਾਜ ਜੀਆਂ ਦਾ ਪ੍ਰਕਾਸ਼ ਗੁਰਦੁਆਰਾ ਗੁਰੂ ਕੇ ਮਹਿਲ, ਜੋ ਤਖਤ ਅਕਾਲ ਤਖਤ ਸਾਹਿਬ ਜੀ ਜੀਆਂ ਦੇ ਪਿਛਲੀ ਸਾਈਡ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਤੇ ਧਰਮਵੀਰ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਧੰਨ ਮਾਤਾ ਨਾਨਕੀ ਜੀਆਂ ਦੀ ਕੁੱਖ ਤੋਂ ਹਜੂਰ ਦਾ ਪ੍ਰਕਾਸ਼ ਹੋਇਆ। ਐਸੇ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਜੋ ਪੱਥਰ ਦਿਲਾਂ ਤੇ ਅਸਰ ਕਰਦੀ ਹੈ, ਜੋ ਦਿਖਾਉਂਦੀ ਹੈ ਸੰਸਾਰ ਦੀ ਹਾਲਤ। ਸਾਧ ਸੰਗਤ ਜੀ, ਹਜੂਰ ਦੇ ਇਤਿਹਾਸ ਵਿੱਚ ਬੇਅੰਤ ਜ਼ਿਕਰ ਆਉਂਦੇ ਹਨ। ਜਿਸ ਸਮੇਂ ਧੀਰਮਲ ਮਹਾਰਾਜ ਜੀਆਂ ਦੇ ਨਾਲ ਸਾਧ ਸੰਗਤ ਜੀ ਜਿਸ ਤਰ੍ਹਾਂ ਉਹ ਗੁਰੂ ਬਣਨਾ ਚਾਹੁੰਦਾ ਸੀ, ਜਿਸ ਸਮੇਂ ਹਜੂਰ ਗੁਰਤਾ ਗੱਦੀ ਦੇ ਤਖਤ ਤੇ ਸੱਜੇ ਹਨ ਮਹਾਰਾਜ ਜੀਆਂ ਤੋਂ ਸਾਧ ਸੰਗਤ ਜੀ, ਉਸਨੇ ਹਜੂਰ ਤੇ ਗੋਲੀ ਆਦਿਕ ਵੀ ਚਲਵਾਈ।
ਹਜੂਰ ਦੇ ਘਰ ਦੇ ਸਾਰਾ ਸਮਾਨ ਬਰਤਨ ਆਦਿਕ ਜਿਸ ਤਰ੍ਹਾਂ ਪੰਡਾ ਬੰਨ੍ਹ ਕੇ ਉਸ ਦੇ ਡਾਕੂ ਲੁਟੇਰੇ ਨਾਲ ਦੇ ਲੈ ਗਏ ਤਾਂ ਸਾਧ ਸੰਗਤ ਜੀ ਮੱਖਣ ਸ਼ਾਹ ਨੂੰ ਬੜਾ ਰੋਸ ਆਇਆ। ਹਜੂਰ ਦਾ ਭਾਵ ਕੀਤੀ ਹੋਏ ਬੇਅਬਦੀ ਗੁਰਸਿੱਖ ਤੋਂ ਕਿੱਥੋਂ ਜਰੀ ਜਾਂਦੀ ਹੈ। ਭਾਈ ਮੱਖਣ ਸ਼ਾਹ ਜੀ ਸਾਰਾ ਸਮਾਨ ਲੁੱਟ ਕੇ ਭਾਵ ਜੋ ਲੁੱਟ ਕੇ ਲੈ ਕੇ ਗਏ ਸੀ ਉਹ ਵਾਪਸ ਲੈ ਆਉਂਦੇ ਹਨ ਤਾਂ ਉਸ ਸਮੇਂ ਹਜੂਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ ਹਨ ਮੱਖਣ ਸ਼ਾਹ ਜੀ ਸਾਰਾ ਧਨ ਤੁਸੀਂ ਇੱਥੇ ਤੱਕ ਕਿ ਘਰ ਦੇ ਬਰਤਨ ਵੀ ਤੁਸੀਂ ਵਾਪਸ ਦੇ ਦੇਵੋ। ਤਾਂ ਉਸ ਸਮੇਂ ਸਾਧ ਸੰਗਤ ਜੀ ਧੰਨ ਮਾਤਾ ਨਾਨਕੀ ਜੀ ਆਉਂਦੀ ਹੈ। ਮੱਖਣ ਸ਼ਾਹ ਨੂੰ ਜਿਸ ਸਮੇਂ ਕਹਿੰਦੀ ਹੈ ਕਿ ਹਜੂਰ ਦਾ ਬਚਨ ਮੰਨਣਾ ਚਾਹੀਦਾ ਹੈ, ਜਿਸ ਸਮੇਂ ਮਾਤਾ ਜੀ ਮੱਖਣ ਸ਼ਾਹ ਨੂੰ ਫਿਰ ਦੱਸਦੀ ਹੈ ਜਿਸ ਸਮੇਂ ਇਹਨਾਂ ਦਾ ਬਚਪਨਾ ਸੀ ਸ਼ੁਰੂ ਤੋਂ ਹੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਸੇ ਨਾਲ ਹਜੂਰ ਜ਼ਿਆਦਾ ਬੋਲਿਆ ਨਾ ਸੀ ਕਰਦੇ, ਚੁੱਪਚਾਪ ਰਿਹਾ ਕਰਦੇ ਸਨ। ਵੱਡੇ ਦਾਨੀ ਸਨ ਬਚਪਨ ਤੋਂ ਹੀ। ਮਾਤਾ ਜੀ ਦੱਸਦੇ ਹਨ ਕਿ ਜਿਹੜੇ ਇਹਨਾਂ ਦੇ 4 ਭਰਾਤਾ ਹਨ ਉਹ ਇਹਨਾਂ ਨਾਲੋਂ ਕੰਮ ਕਰਨ ਵਿੱਚ ਬੜੇ ਚਤਰ ਸਨ। ਜਿਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਜੀਆਂ ਨੇ ਲਿਖਿਆ ਹੈ, ਕਹਿੰਦੀ ਹਨ ਮਾਤਾ ਜੀ ਕਿ ਉਹ ਬੜੇ ਸੂਝਵਾਨ ਸਨ। ਗੁਰੂ ਘਰ ਦੇ ਜਿੰਨੇ ਕਾਰ ਵਿਹਾਰ ਸਭ ਅੱਗੇ ਵੱਧ ਕੇ ਕਰਦੇ ਸਨ। ਪਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹਨਾਂ ਦੀ ਕਿਸੇ ਕਾਰਜ ਵਿੱਚ ਰੁਚੀ ਨਾ ਸੀ। ਹਰ ਸਮੇਂ ਚੁੱਪਚਾਪ ਇਕਾਂਤ ਵਿੱਚ ਰਿਹਾ ਕਰਦੇ ਸਨ। ਜਿਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀਆਂ ਤੇ ਹਜੂਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਸ ਆਇਆ ਕਰਦੇ ਸਨ, ਹਜੂਰ ਉੱਠ ਕੇ ਇਹਨਾਂ ਦਾ ਸਵਾਗਤ ਕਰਿਆ ਕਰਦੇ ਸਨ। ਹਜੂਰ ਇਹਨਾਂ ਨੂੰ ਤਖਤ ਤੇ ਆਪਣੀ ਗੋਦੀ ਵਿੱਚ ਬਿਠਾ ਲੈਂਦੇ ਸਨ। ਮਾਤਾ ਜੀ ਕਹਿੰਦੇ ਜਿਸ ਸਮੇਂ ਅਸੀਂ ਹਜੂਰ ਨੂੰ ਪੁੱਛਿਆ ਹਜੂਰ ਦੂਸਰੇ 4 ਪੁੱਤਰ ਬਹੁਤ ਲਾਇਕ ਹਨ, ਆਪ ਇਹਨਾਂ ਨੂੰ ਕਿਉਂ ਇੰਨਾ ਸਨਮਾਨ ਦਿੰਦੇ ਹੋ? ਉਸ ਸਮੇਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਬਚਨ ਕਹੇ ਸੀ ਮਾਤਾ ਜੀਆਂ ਨੂੰ, ਧੰਨ ਮਾਤਾ ਨਾਨਕੀ ਜੀਆਂ ਨੂੰ, ਕਿ ਇਹਨਾਂ ਦੇ ਘਰ ਵਿੱਚ ਜਿਸ ਪੁੱਤਰ ਨੇ ਅਵਤਾਰ ਲੈਣਾ ਹੈ ਉਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਗੱਦੀ ਨੂੰ 4 ਚੰਦ ਲਾ ਦੇਵੇਗਾ। ਇਹ ਉਹ ਮਹਾਪੁਰਸ਼ ਹਨ ਜਿਨ੍ਹਾਂ ਨੇ ਧਰਮ ਦੀ ਚਾਦਰ ਰੱਖਣੀ ਹੈ। ਸੰਸਾਰ ਦੇ ਵਿੱਚ ਇਹਨਾਂ ਨੇ ਪ੍ਰੇਮ ਇੰਨਾ ਬਲਵਾਨ ਕਰ ਦੇਣਾ ਹੈ, ਲੋਕ ਮਿਸਾਲਾਂ ਦਿਆ ਕਰਨਗੇ ਕਿ ਆਪਣੇ ਧਰਮ ਵਾਸਤੇ ਤਾਂ ਹਰ ਕੋਈ ਕੁਰਬਾਨ ਹੁੰਦਾ ਹੈ, ਦੂਸਰਿਆਂ ਦੇ ਧਰਮ ਦੀ ਵੀ ਇਹ ਚਾਦਰ ਬਣਨਗੇ। ਐਸੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਬਾਬਤ ਮਾਤਾ ਨਾਨਕੀ ਜੀ ਦੱਸਦੇ ਹਨ ਜਿਸ ਸਮੇਂ ਹਜੂਰ ਨੇ ਜੋਤੀ ਜੋਤ ਸਮਾਉਣਾ ਸੀ, ਹਜੂਰ ਹਰ ਇੱਕ ਗੁਰਸਿੱਖ ਨੂੰ ਖੁਸ਼ੀਆਂ ਦੇ ਰਹੇ ਸਨ। ਜਿਸ ਸਮੇਂ ਮਾਤਾ ਨਾਨਕੀ ਜੀ ਆਉਂਦੇ ਹਨ, ਮਾਤਾ ਨਾਨਕੀ ਜੀ ਜਿਸ ਸਮੇਂ ਕਹਿੰਦੇ ਹਨ ਹਜੂਰ ਆਪ ਜੀਆਂ ਨੇ ਗੁਰਤਾ ਗੱਦੀ ਧੰਨ ਬਾਬਾ ਗੁਰਦਿੱਤਾ ਜੀਆਂ ਦੇ ਪੁੱਤਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀਆਂ ਨੂੰ ਬਖਸ਼ੀ ਹੈ। ਹਜੂਰ ਆਪ ਤੋਂ ਬਿਨਾ ਤਾਂ ਸਾਡਾ ਕੋਈ ਵੀ ਨਹੀਂ ਆਸਰਾ ਹੈਗਾ ਇਸ ਜਹਾਨ ਤੇ, ਸਾਡਾ ਤੇ ਨਿਮਾਣਿਆਂ ਦਾ ਹਜੂਰ ਤੁਸੀਂ ਹੀ ਹੋ, ਹੋਰ ਤਾਂ ਮਹਾਰਾਜ ਜੀ ਕੋਈ ਆਸਰਾ ਨਹੀਂ ਦਿਖਦਾ, ਅਸੀਂ ਗੁਜ਼ਾਰਾ ਕਿਵੇਂ ਕਰਾਂਗੇ? ਉਸ ਸਮੇਂ ਜਿਸ ਤਰ੍ਹਾਂ ਹਜੂਰ ਦੇ ਬਚਨ ਆਉਂਦੇ ਹਨ, ਮਾਤਾ ਜੀਆਂ ਨੇ ਇਹ ਵੀ ਕਿਹਾ ਸੀ ਹਜੂਰ ਆਪ ਜਾਣਦੇ ਹੋ ਸਾਡਾ ਪੁੱਤਰ ਭੋਲਾ ਹੈ, ਭਾਵ ਮਾਤਾ ਦੀ ਮਮਤਾ ਸੀ। ਮਾਤਾ ਆਪਣਾ ਪੁੱਤਰ ਕਰਕੇ ਜਾਣ ਕੇ ਲਾਡ ਵਿੱਚ ਹਜੂਰ ਨੂੰ ਕਹਿੰਦੇ ਹਨ ਮਹਾਰਾਜ ਜੀ ਮੇਰਾ ਪੁੱਤਰ ਕਿਸੇ ਕਾਰ ਵਿਹਾਰ ਵਿੱਚ ਬਾਹਲੀ ਰੁਚੀ ਨਹੀਂ ਰੱਖਦਾ, ਹਜੂਰ ਸਾਡਾ ਕਿਵੇਂ ਗੁਜ਼ਾਰਾ ਹੋਵੇਗਾ? ਉਸ ਸਮੇਂ ਹਜੂਰ ਦੇ ਬਚਨ ਸਨ ਤੇਗ ਬਹਾਦਰ ਕੇ ਪੁੱਤ ਸੁਣ ਕੈ ਧੀਰਜ ਦੀਨ ਮੋਹੇ ਬਚ ਭਨ ਕੈ। ਮਾਤਾ ਨਾਨਕੀ ਜੀ ਫਰਮਾਉਂਦੇ ਹਨ ਉਸ ਸਮੇਂ ਜਦੋਂ ਹਜੂਰ ਨੇ ਸਾਡੇ ਬਚਨ ਸੁਣੇ ਆਪਣੇ ਮੁਖਾਰ ਬਿੰਦ ਤੋਂ ਹਜੂਰ ਨੇ ਉਚਾਰਿਆ ਨਹਿ ਚਿੰਤਾ ਕਰ ਤੂੰ ਕਿਸ ਭਾਂਤ ਸਭ ਗੁਣ ਨਿਧ ਹੈ ਤੁਵ ਤਾਤ। ਮਹਾਰਾਜ ਜੀ ਕਹਿੰਦੇ ਹਨ ਤੁਸੀਂ ਕਿਸੇ ਬਾਤ ਦੀ ਚਿੰਤਾ ਨਾ ਕਰਨਾ ਨਾਨਕੀ ਜੀ, ਆਪ ਜੀਆਂ ਦੇ ਪੁੱਤਰ ਸਭ ਨਿਧੀਆਂ ਸਿੱਧੀਆਂ ਦੇ ਖਜ਼ਾਨੇ ਹਨ। ਤੁਸੀਂ ਕਹਿੰਦੇ ਹੋ ਤੁਹਾਡਾ ਪੁੱਤਰ ਭੋਲਾ ਹੈ, ਰਿੱਧ ਸੋ ਸਿੱਧ ਪਦਾਰਥ 4 ਜਿਹ ਬਸੈ ਪਗ ਕੀ ਰਾਜਸ਼ਾਹੀ। ਹਜੂਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਫਰਮਾਉਂਦੇ ਹਨ ਤੇਗ ਬਹਾਦਰ ਸਿਮਰੀਐ
ਘਰ 9 ਨਿਧ ਆਵੈ ਧਾਏ। ਇਹਨਾਂ ਦਾ ਤਾਂ ਨਾਮ ਲਿਆ ਘਰ ਦੇ ਵਿੱਚ 9 ਨਿਧੀਆਂ 18 ਸਿੱਧੀਆਂ ਧਾ ਕੇ ਆ ਜਾਂਦੀਆਂ ਹਨ। ਆਪ ਜੀਆਂ ਦੇ ਪੁੱਤਰ ਬਾਬਤ ਅੱਗੇ ਹਜੂਰ ਨੇ ਦੱਸਿਆ ਸੀ, ਅਪਰ ਬਾਣ ਫਿਰ ਕਰ ਗੁਰਿਆਈ, ਪੋਨੇ ਆਵੈ ਤੁਝ ਘਰ ਵਡਿਆਈ। ਹਜੂਰ ਕਹਿੰਦੇ ਸਨ ਦੂਸਰੀ ਥਾਂ ਤੇ ਗੁਰਿਆਈ ਫਿਰ ਕੇ ਫਿਰ ਆਪ ਜੀਆਂ ਦੇ ਘਰ ਵਿੱਚ ਹੀ ਮਾਤਾ ਨਾਨਕੀ ਜੀ ਆ ਜਾਵੇਗੀ। ਸਭ ਹੀ ਨਮਹਿ ਤੋਹੇ ਢੇਗੇ ਆਏ, ਸਾਰਾ ਸੰਸਾਰ ਇਹਨਾਂ ਨੂੰ ਮੱਥਾ ਟੇਕੇਗਾ। ਜੋ ਇਹਨਾਂ ਦੇ ਆ ਕੇ ਚਰਨਾ ਕਮਲਾਂ ਦਾ ਧਿਆਨ ਧਰ ਕੇ ਕਵੇਗਾ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਨਿਰਾਸ ਹਾਂ ਹਜੂਰ, ਦੁੱਖ ਨਹੀਂ ਟੁੱਟਦੇ। ਹਜੂਰ ਕੋਈ ਆਸਰਾ ਨਹੀਂ ਦਿਖਦਾ, ਸਭ ਥਾਈਂ ਹੋਏ ਸਹਾਏ। ਹਜੂਰ ਕਹਿੰਦੇ ਹਨ ਜਿੱਥੇ ਕੋਈ ਆਸਰਾ ਨਹੀਂ ਦੇ ਸਕੇਗਾ, ਉਸ ਜਗ੍ਹਾ ਤੇ ਹਜੂਰ ਦਾ ਨਾਮ ਲਿਆਈ ਕੰਮ ਹੋ ਜਾਇਆ ਕਰਨਗੇ। ਕੋਏ ਨਾ ਕਰ ਸਕ ਹੈ ਸਮਤਾਏ, ਇਹਨਾਂ ਦੀ ਸਮਤਾ ਲੋਕ ਵਿੱਚ ਕੀ ਪਰਲੋਕ ਵਿੱਚ ਵੀ ਨਹੀਂ ਕੋਈ ਕਰ ਸਕੇਗਾ। ਐਸੇ ਮਹਾਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਸਾਧ ਸੰਗਤ ਜੀ ਅੰਮ੍ਰਿਤ ਗੁਰਬਾਣੀ ਜਿਸ ਤਰ੍ਹਾਂ ਬਚਨ ਆਉਂਦੇ ਹਨ, ਜਿਨ੍ਹਾਂ ਤੇ ਹਜੂਰ ਪ੍ਰਸੰਨ ਹੋ ਜਾਂਦੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰ ਜਨ ਕੋ ਸੋ ਪ੍ਰਸੰਨ, ਨਾਮ ਹਰ ਹਿਰਦੈ ਨਿਵਾਸੈ। ਜਿਨ੍ਹਾਂ ਤੇ ਹਜੂਰ ਵਿਸ਼ੇਸ਼ ਕਰਕੇ ਪ੍ਰਸੰਨ ਹੋ ਜਾਂਦੇ ਹਨ, ਉਹਨਾਂ ਦੇ ਹਿਰਦੇ ਦੇ ਵਿੱਚ ਨਾਮ ਦਾ ਨਿਵਾਸ ਹੋ ਜਾਂਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਹਜੂਰ ਖੁਸ਼ ਹੁੰਦੇ, ਕਹਿੰਦੇ ਹਨ ਗੁਰਸਿੱਖਾ ਕਰਤਾਰ ਤੈਨੂੰ ਸਦਾ ਯਾਦ ਰਹੇ, ਤੇਰੇ ਹਿਰਦੇ ਚੋਂ ਕਰਤਾਰ ਨਾ ਵਿਸਰੈ। ਗੁਰ ਜਨ ਕੋ ਸੋ ਪ੍ਰਸੰਨ, ਦੁਰਤ ਦੂਰੰਤਰ ਨਾਸੈ। ਜਿਨ੍ਹਾਂ ਤੇ ਹਜੂਰ ਵਿਸ਼ੇਸ਼ ਕਰਕੇ ਪ੍ਰਸੰਨ ਹੋ ਜਾਂਦੇ ਹਨ, ਉਹਦੇ ਸਭ ਕੀਤੇ ਹੋਏ ਪਾਪ ਹਜੂਰ ਚੱਕ ਦਿੰਦੇ ਹਨ। ਹਜੂਰ ਦਾ ਨਾਮ ਲਿਆਈ, ਸੋ ਨਾਮ ਸੁਣੈ, ਸੁਤ ਭਾਨ ਡਰਿਓ। ਯਮਰਾਜ ਵੀ ਹਜੂਰ ਦਾ ਨਾਮ ਸੁਣ ਕੇ ਥੜ ਥੜ ਕੰਬਦਾ ਹੈ। ਗੁਰ ਜਨ ਕੋ ਸੋ ਪ੍ਰਸੰਨ, ਮਾਨ ਅਭਿਮਾਨ ਨਿਵਾਰੈ। ਜਿਨ੍ਹਾਂ ਤੇ ਹਜੂਰ ਵਿਸ਼ੇਸ਼ ਕਰਕੇ ਪ੍ਰਸੰਨ ਹੋ ਜਾਂਦੇ ਹਨ, ਉਹਨਾਂ ਵਿੱਚ ਮਾਣ ਦੀ ਵਡਿਆਈ ਤੇ ਭਾਵ ਜਾਂ ਅਭਿਮਾਨ, ਕੋਈ ਉਹਨਾਂ ਦੀ ਨਿੰਦਾ ਕਰੇ, ਹਜੂਰ ਸਾਧ ਸੰਗਤ ਜੀ ਉਹਨਾਂ ਵਿੱਚੋਂ ਚੱਕ ਦਿੰਦੇ ਹਨ। ਜਿਸ ਤਰ੍ਹਾਂ ਭਾਈ ਬਹਿਲੋ ਜੀ ਸਾਧ ਸੰਗਤ ਜੀ ਹਜੂਰ ਦੀ ਸੇਵਾ ਕਰ ਕਰਕੇ ਜਿਸ ਸਮੇਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਲਈ ਆਵਿਆਂ ਦੇ ਵਿੱਚ ਭਾਈ ਬਹਿਲੋ ਜੀ ਇੱਟਾਂ ਪਕਾਇਆ ਕਰਦੇ ਸਨ। ਇੰਨਾ ਸੇਕ ਸੀ, ਭਾਈ ਬਹਿਲੋ ਦੀ ਉੱਪਰੋਂ ਚਮੜੀ ਜਿਸ ਤਰ੍ਹਾਂ ਸਾਧ ਸੰਗਤ ਜੀ ਉਛਲ ਗਈ ਸੀ, ਮਾਸ ਸਭ ਸੜ ਗਿਆ ਸੀ। ਉਸ ਸਮੇਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਦੋਂ ਲੈਣ ਵਿੱਚ ਲੱਗੇ ਗੁਰਸਿੱਖਾਂ ਨੂੰ ਖੁਸ਼ੀਆਂ ਬਖਸ਼ ਰਹੇ ਸਨ, ਭਾਈ ਬਹਿਲੋ ਜੀ ਸਾਧ ਸੰਗਤ ਜੀ ਦੋਨੋਂ ਹੱਥ ਜੋੜ ਕੇ ਪਿੱਛੇ ਖੜ ਜਾਂਦੇ ਹਨ ਲੈਣ ਤੇ। ਹਜੂਰ ਦੇਖਦੇ ਹਨ ਕਿ ਭਾਈ ਬਹਿਲੋ ਜੀਆਂ ਵੱਲ ਤੱਕ ਕੇ ਬਚਨ ਕਹਿੰਦੇ ਹਨ, ਭਾਈ ਬਹਿਲੋ ਸਭ ਤੋਂ ਪਹਿਲੋਂ। ਮਹਾਰਾਜ ਜੀ ਕਹਿੰਦੇ ਹਨ, ਭਾਈ ਬਹਿਲੋ ਜੀ ਤੁਸੀਂ ਸਭ ਤੋਂ ਪਹਿਲੋਂ ਅੱਗੇ ਆ ਕੇ ਤੁਸੀਂ ਸਾਡੇ ਤੋਂ ਮਾਣ ਪ੍ਰਾਪਤ ਕਰੋ। ਕਿਉਂਕਿ ਸਾਧ ਸੰਗਤ ਜੀ ਜੇ ਅੱਜ ਦੀ ਹਾਲਤ ਦੇਖੀ ਜਾਵੇ, ਸੇਵਾ ਥੋੜੀ ਜੀ ਸੇਵਾ ਕਰਦੇ ਹਾਂ, ਪਰ ਮਨ ਵਿੱਚ ਇੱਛਾ ਹੁੰਦੀ ਹੈ ਕੋਈ ਮੈਨੂੰ ਤੱਕੇ, ਕੋਈ ਮੈਨੂੰ ਵੇਖੇ ਕਿ ਮੈਂ ਬੜਾ ਗੁਰਸਿੱਖ ਹਾਂ, ਥੋੜਾ ਜਿਹਾ ਬਾਣੀ ਪੜ੍ਹਦੇ ਹਾਂ। ਕਹਿੰਦੇ ਹਾਂ ਮਹਾਰਾਜ ਜੀ ਸੰਸਾਰ ਦੇ ਲੋਕ ਮੈਨੂੰ ਗੁਰਮੁਖ ਨਹੀਂ ਕਹਿੰਦੇ, ਮੈਨੂੰ ਗੁਰਮੁਖ ਕਹਿਣਾ ਚਾਹੀਦਾ ਹੈ। ਥੋੜੀ ਜੀ ਸੇਵਾ ਕਰਕੇ ਕਹਿੰਦੇ ਹਾਂ ਮੇਰਾ ਵੱਡਾ ਕਰਕੇ ਨਾਮ ਲਿਖੋ। ਇਹ ਤਾਂ ਜਿਨ੍ਹਾਂ ਤੇ ਹਜੂਰ ਪ੍ਰਸੰਨ ਹੁੰਦੇ ਹਨ, ਇੱਛਾ ਹੀ ਹਿਰਦੇ ਚੋਂ ਚੱਕ ਦਿੰਦੇ ਹਨ, ਚਾਹੇ ਕੋਈ ਮਾਣ ਕਰੇ ਅਪਮਾਨ ਕਰੇ। ਇੱਕ ਸੇਵਾ ਦੇ ਪਰਾਇਣ ਹੋ ਕੇ ਸੇਵਾ ਚੋਂ ਸਭ ਉਹਨਾਂ ਨੂੰ ਸੁੱਖ ਮਿਲਦੇ ਹਨ। ਜਿੰਨੇ ਸੰਸਾਰ ਦੇ ਰਸ ਹਨ, ਮਹਾਰਾਜ ਜੀਆਂ ਦੀ ਬਾਣੀ ਪੜ੍ਹ ਕੇ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੇ ਹਨ। ਜਿਸ ਤਰ੍ਹਾਂ ਭਾਈ ਮੀਹਾ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਤਮਤਾਨ ਨਗਰ ਵਿੱਚ ਹਜੂਰ ਪਹੁੰਚਦੇ ਹਨ, ਭਾਈ ਮੀਹਾ ਜੀ ਅਣਥੱਕ ਸੇਵਾ ਕਰਿਆ ਕਰਦੇ ਸਨ। ਭਾਈ ਮੀਆਂ ਜੀ ਸਿਰ ਤੇ ਗਾਗਰ ਚੱਕ ਕੇ ਜਲ ਢੋਇਆ ਕਰਦੇ ਸਨ। ਸਿਰ ਤੇ ਸੱਟ ਲੱਗਣ ਨਾਲ ਸਾਧ ਸੰਗਤ ਜੀ ਜ਼ਖਮ ਬਣ ਜਾਂਦਾ ਹੈ। ਜਿਸ ਸਮੇਂ ਜਲ ਦੀ ਸੇਵਾ ਕਰਦੇ ਹਨ, ਉਹ ਜਲ ਪੈਣ ਨਾਲ ਜ਼ਖਮ ਹੋਰ ਵੱਧਦਾ ਜਾਂਦਾ ਹੈ। ਭਾਈ ਮੀਹਾਂ ਜੀ ਸੇਵਾ ਨਹੀਂ ਛੱਡਦੇ, ਸਿਰ ਤੇ ਕੁਝ ਕੱਪੜਾ ਆਦਿਕ ਰੱਖ ਕੇ ਉਸੇ ਤਰ੍ਹਾਂ ਹੀ ਸੇਵਾ ਲਗਾਤਾਰ ਨਿਰੰਤਰ ਜਾਰੀ ਰੱਖਦੇ ਹਨ। ਜਿਸ ਸਮੇਂ ਸਿਰ ਦੇ ਵਿੱਚ ਫਿਰ ਕਿਰਮ ਪੈਣੇ ਸ਼ੁਰੂ ਹੋ ਜਾਂਦੇ ਹਨ। ਇਹ ਸਾਧ ਸੰਗਤ ਜੀ ਕੈਸਾ ਦਇਆਵਾਨ ਗੁਰਸਿੱਖ ਦਾ ਹਿਰਦਾ ਹੈ। ਜਿਸ ਸਮੇਂ ਮਾਤਾ ਨਾਨਕੀ ਜੀ ਕੀ ਤੱਕਦੇ ਹਨ ਕਿ ਧੰਨ ਭਾਈ ਮੀਹਾਂ ਜੀ ਜਿਸ ਸਮੇਂ ਸੀਸ
ਤੋਂ ਆਪਣਾ ਕੱਪੜਾ ਉਤਾਰਦੇ ਹਨ, ਦਸਤਾਰਾ ਉਤਾਰਦੇ ਹਨ, ਉਸ ਸਮੇਂ ਕੁਝ ਕੀੜੇ ਧਰਤੀ ਤੇ ਡਿੱਗ ਪੈਂਦੇ ਹਨ। ਭਾਈ ਮੀਆਂ ਜੀ ਕੈਸੀ ਗੁਰਸਿੱਖੀ ਹੈ ਗੁਰਸਿੱਖ ਦੇ ਵਿੱਚ, ਉਹੀ ਕੀੜੇ ਚੱਕ ਕੇ ਵਾਪਸ ਸਿਰ ਵਿੱਚ ਰੱਖ ਲੈਂਦੇ ਹਨ। ਮਾਤਾ ਜੀ ਪੁੱਛਦੇ ਹਨ, ਭਾਈ ਮੀਆਂ ਜੀ ਇਹ ਕੀ ਕਰ ਰਹੇ ਹੋ? ਕਹਿੰਦੇ ਹਨ, ਮਾਤਾ ਜੀ ਇਹਨਾਂ ਵਿਚਾਰਿਆਂ ਦਾ ਗੁਜ਼ਾਰਾ ਕਿਵੇਂ ਚੱਲੇਗਾ? ਮੇਰਾ ਮਾਸ ਖਾ ਕੇ ਇਹ ਗੁਜ਼ਾਰਾ ਕਰਦੇ ਸੀ। ਉਸ ਸਮੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੇਰਾਂ ਦੇ ਘਰ ਵਿੱਚ ਆਏ। ਹਜੂਰ ਨੇ ਭਾਰੀ ਬਖਸ਼ਿਸ਼ਾਂ ਕੀਤੀਆਂ। ਹਜੂਰ ਨੇ ਇੱਕ ਬੈਲ ਗੱਡੀ ਨਿਸ਼ਾਨ ਸਾਹਿਬ ਨਗਾਰਾ ਦੇ ਕੇ ਕਿਹਾ, ਭਾਈ ਮੀਆਂ ਜੀ ਜਿੱਥੇ ਜਾਓਗੇ ਗੁਰਸਿੱਖੀ ਦਾ ਮੀਂਹ ਪਾ ਦਿਆ ਕਰੋਗੇ, ਜਾਓ ਜਾ ਕੇ ਪ੍ਰਚਾਰ ਕਰੋ, ਤੁਹਾਡਾ ਬਚਨ ਮੁਖ ਤੋਂ ਫਿਰੇਗਾ, ਮਾਨੋ ਕਿ ਅੰਮ੍ਰਿਤ ਹੀ ਵਰਸੇਗਾ। ਉਸ ਤੋਂ ਉਪਰੰਤ ਸਾਧ ਸੰਗਤ ਜੀ ਜਿਸ ਸਮੇਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਸ ਸਮੇਂ ਹਜੂਰ ਨੂੰ ਮਸੰਦਾਂ ਦੀ ਖੁਟਿਆਈ ਪਤਾ ਲੱਗੀ ਸੀ ਕਿ ਮਸੰਦ ਗੁਰੂ ਘਰ ਦੇ ਵਿੱਚ ਕੈਸੇ ਕਰਮ ਕਰ ਰਹੇ ਹਨ, ਜਿਸ ਸਮੇਂ ਸਿੱਖਾਂ ਨੇ ਇੱਕ ਨਾਟਕ ਦੀ ਤਰ੍ਹਾਂ ਪੇਸ਼ ਕਰਕੇ ਹਜੂਰ ਨੂੰ ਦਿਖਾਇਆ ਸੀ, ਇੱਕ ਬੋਤਲ ਦੇ ਵਿੱਚ ਰੰਗ ਘੋਲ ਕੇ ਮਸੰਦ ਘਰ ਵਿੱਚ ਆਉਂਦਾ ਹੈ, ਸ਼ਰਾਬ ਪੀਂਦਾ ਹੈ, ਵੇਸ਼ਵਾਗਾਮੀ ਹੋ ਗਏ ਸੀ। ਮਸੰਦ ਕਹਿੰਦਾ ਸੀ ਉਹ ਗੁਰੂ ਮਾਰਿਆ ਇੰਨੇ ਰੁਪਈਏ ਦੇ। ਹਜੂਰ ਨੇ ਜਦੋਂ ਐਸਾ ਤੱਕਿਆ, ਸਭ ਮਸੰਦ ਪ੍ਰਥਾ ਹਜੂਰ ਨੇ ਬੰਦ ਕਰ ਦਿੱਤੀ। ਹਜੂਰ ਨੇ ਉਸ ਸਮੇਂ ਸਭ ਮਸੰਦਾਂ ਨੂੰ ਇਕੱਠੇ ਕਰਕੇ ਭਾਰੀ ਸਜ਼ਾਵਾਂ ਦਿੱਤੀਆਂ ਸੀ। ਉਹਨਾਂ ਵਿੱਚੋਂ ਭਾਈ ਮੀਆਂ ਜੀ ਸਾਧ ਸੰਗਤ ਜੀ ਇਹ ਵੀ ਆਉਂਦੇ ਹਨ। ਜਿਸ ਸਮੇਂ ਆਨੰਦਪੁਰ ਸਾਹਿਬ ਦੇ ਬਾਹਰ ਭਾਈ ਮੀਆਂ ਜੀ ਆਏ, ਹਜੂਰ ਦੀ ਭਾਵ ਸਤਿਕਾਰ ਵਿੱਚ ਨਗਾਰੇ ਵਜਾਉਂਦੇ ਆਉਂਦੇ ਹਨ। ਹਜੂਰ ਆਨੰਦਪੁਰ ਸਾਹਿਬ ਵਿਖੇ ਸੁਣਦੇ ਹਨ, ਭਾਈ ਇਹ ਕੌਣ ਆ ਰਿਹਾ ਹੈ? ਗੁਰਸਿੱਖ ਦੱਸਦੇ ਹਨ, ਹਜੂਰ ਆਪ ਜੀਆਂ ਦੇ ਪਿਤਾ ਜੀ ਦੁਆਰਾ ਥਾਪਿਆ ਹੋਇਆ ਗੁਰੂ ਘਰ ਦਾ ਮਸੰਦ ਭਾਈ ਮੀਆਂ ਆ ਰਿਹਾ ਹੈ। ਉਸ ਸਮੇਂ ਹਜੂਰ ਨੇ ਕਿਹਾ ਸੀ ਸਭ ਇਹਦੇ ਤੋਂ ਚੀਜ਼ਾਂ ਖੋਹ ਲਈਆਂ ਜਾਣ, ਇਹਦੀਆਂ ਮੁਸ਼ਕਾਂ ਬੰਨ੍ਹ ਕੇ ਸਾਡੇ ਦਰਬਾਰ ਵਿੱਚ ਪੇਸ਼ ਕੀਤਾ ਜਾਵੇ। ਹਜੂਰ ਦੇ ਦਰਬਾਰ ਵਿੱਚ ਭਾਈ ਮੀਆਂ ਜੀ ਆਉਂਦੇ ਹਨ, ਦੋਨੋਂ ਹੱਥ ਜੋੜ ਕੇ ਸਾਧ ਸੰਗਤ ਜੀ, ਹੱਥ ਤਾਂ ਵਾਹਿਗੁਰੂ ਪਿੱਛੇ ਬੰਨੇ ਸੀ, ਮਸਤਕ ਹਜੂਰ ਦੇ ਚਰਨਾਂ ਤੇ ਰੱਖ ਦਿੰਦੇ ਹਨ। ਹਜੂਰ ਵੀ ਸਾਧ ਸੰਗਤ ਜੀ ਅੰਦਰ ਦੀ ਘਟ ਘਟ ਕੇ ਅੰਤਰ ਕੀ ਜਾਣਤ। ਜਿਸ ਸਮੇਂ ਹਜੂਰ ਤੱਕਦੇ ਹਨ ਭਾਈ ਮੀਆਂ ਜੀਆਂ ਨੂੰ, ਭਾਈ ਮੀਆਂ ਜੀਆਂ ਨੂੰ ਕਹਿੰਦੇ ਹਨ, ਭਾਈ ਮੀਆਂ ਕੋਈ ਮਨ ਵਿੱਚ ਰੋਸ ਤਾਂ ਨਹੀਂ ਆਇਆ? ਭਾਈ ਮੀਆਂ ਜੀ ਕਹਿੰਦੇ ਹਨ ਕਿ ਸਾਡੇ ਗੁਰਸਿੱਖਾਂ ਨੇ, ਹਜੂਰ ਕਹਿੰਦੇ ਹਨ, ਸਭ ਚੀਜ਼ਾਂ ਤੇਰੇ ਤੋਂ ਖੋਹ ਲਈਆਂ ਹਨ। ਉਸ ਸਮੇਂ ਭਾਈ ਮੀਆਂ ਜੀ ਕਹਿੰਦੇ ਹਨ, ਹਜੂਰ ਸੇਵਕ ਨੂੰ ਕਦੇ ਰੋਸ ਨਹੀਂ ਕਰਨਾ ਚਾਹੀਦਾ। ਨਾਵੇਂ ਸਰੂਪ ਵਿੱਚ ਮਹਾਰਾਜ ਜੀ ਆਪ ਜੀਆਂ ਨੇ ਸਭ ਬਖਸ਼ਿਸ਼ਾਂ ਕੀਤੀਆਂ ਸੀ, 10ਵੇਂ ਸਰੂਪ ਵਿੱਚ ਹਜੂਰ ਆਪ ਨੇ ਹੀ ਲੈ ਲਈਆਂ ਹਨ, ਤਾਂ ਹਜੂਰ ਮੇਰਾ ਇਸ ਵਿੱਚ ਕੀ ਹੈ? ਉਸ ਸਮੇਂ ਹਜੂਰ ਨੇ ਸਾਧ ਸੰਗਤ ਜੀ ਹੋਰ ਬਖਸ਼ਿਸ਼ਾਂ ਕੀਤੀਆਂ। ਹਜੂਰ ਨੇ ਆਪਣੇ ਸੀਸ ਤੋਂ ਸਾਧ ਸੰਗਤ ਜੀ ਇੱਕ ਛੋਟੀ ਦਸਤਾਰ ਜਿਸ ਤਰ੍ਹਾਂ ਹਜੂਰ ਨੇ ਭਾਈ ਮੀਆਂ ਜੀਆਂ ਦੇ ਸੀਸ ਤੇ ਸਜਾ ਦਿੱਤੀ। ਹਜੂਰ ਨੇ ਵਰ ਦਿੱਤਾ, ਭਾਈ ਮੀਆਂ ਮੀਆਂ ਜੀਆਂ ਦੇ ਨਾਮ ਦੇ ਨਾਲ ਸਾਹਿਬ ਲਾ ਕੇ, ਭਾਈ ਮੀਆਂ ਸਾਹਿਬ ਜਿੱਥੇ ਜਾਵੋਗੇ। ਅੱਗੇ ਤਾਂ ਮਹਾਰਾਜ ਜੀ ਕਹਿੰਦੇ ਸਨ ਕਿ ਮੀਂਹ ਵਰਸਾਉਂਦੇ ਸੀ, ਹੁਣ ਭਾਈ ਮੀਆਂ ਜੀ ਅੰਮ੍ਰਿਤ ਵਰਸਾਵੋਗੇ। ਐਸੇ ਗੁਰਸਿੱਖ ਗੁਰ ਜਿਨ ਕੋ ਸੋ ਪ੍ਰਸੰਨ, ਮਾਣ ਅਭਿਮਾਨ ਨਿਵਾਰੈ। ਉਹਨਾਂ ਦੇ ਵਿੱਚੋਂ ਸਾਧ ਸੰਗਤ ਜੀ ਮਾਣ ਤੇ ਅਪਮਾਨ ਚਲੇ ਜਾਂਦਾ ਹੈ। ਗੁਰ ਜਿਨ ਕੋ ਸੋ ਪ੍ਰਸੰਨ, ਸ਼ਬਦ ਲਗ ਭਵਜਲ ਤਾਰੈ। ਮਹਾਰਾਜ ਜੀ ਜਿਨ੍ਹਾਂ ਤੇ ਪ੍ਰਸੰਨ ਹੁੰਦੇ ਹਨ, ਜਿਸ ਤਰ੍ਹਾਂ ਹਜੂਰ ਨੇ ਸਾਨੂੰ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ, ਮਹਾਰਾਜ ਜੀ ਸਾਡੇ ਤੇ ਪ੍ਰਸੰਨ ਹਨ। ਜਦੋਂ ਹਜੂਰ ਕਿਸੇ ਤੇ ਕਿਰਪਾ ਕਰਦੇ ਹਨ, ਹਜੂਰ ਉਹਨੂੰ ਸਤ ਸੰਗਤ ਵਿੱਚ ਲੈ ਆਉਂਦੇ ਹਨ। ਗੁਰ ਜਨ ਕੋ ਸੋ ਪ੍ਰਸੰਨ, ਸ਼ਬਦ ਲੱਗ, ਉਹਨਾਂ ਦਾ ਮਨ ਸ਼ਬਦ ਵਿੱਚ ਲੱਗ ਜਾਂਦਾ ਹੈ। ਦੇਖਦੇ ਹਨ ਮਣਾ ਹਜੂਰ ਕੀ ਕਹਿੰਦੇ ਹਨ, ਤੇਰੀ ਜ਼ਿੰਦਗੀ ਕੈਸੀ ਹੈ, ਤੇਰੀ ਜ਼ਿੰਦਗੀ ਵਿੱਚ ਤੂੰ ਕੈਸੇ ਕਰਮ ਕਰਦਾ ਹੈ, ਸ਼ਬਦ ਨਾਲ ਲੱਗ ਕੇ ਸਮਝ ਆਉਂਦੀ ਹੈ। ਭਵ ਜਲ ਤਾਰੈ, ਉਹ ਫਿਰ ਭੈਦਾਇਕ ਸੰਸਾਰ ਤੋਂ ਪਾਰ ਹੋ ਜਾਂਦੇ ਹਨ। ਪਰਚੋ ਪ੍ਰਮਾਣ ਗੁਰ ਪਾਇਓ, ਤਿੰਨ ਸਕਿਅਥੋ ਜਨਮ ਜਗ। ਸ੍ਰੀ ਗੁਰ ਸਰਣ ਭਜ ਕਲ ਕਬ, ਭੁਗਤ ਮੁਕਤ ਸਭ ਗੁਰੂ ਲਗ। ਭੱਟ ਸਾਹਿਬ ਜਿਸ ਤਰ੍ਹਾਂ ਫਰਮਾਉਂਦੇ ਹਨ, ਕਿਉਂ ਨਾ ਭੱਜ ਕੇ ਐਸੇ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਜਾਣਾ ਚਾਹੀਦਾ ਹੈ, ਜਿਨ੍ਹਾਂ ਨਾਲ ਲੱਗਣ ਨਾਲ ਭੁਗਤੀ, ਜਿਸ ਤਰ੍ਹਾਂ ਚਾਰ ਪਦਾਰਥ ਤੇ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਸੇਵ ਕਰੋ ਕਰੁਣਾ ਨਿਧ ਕੀ, ਜਿਹ ਸਰੇਵਤ ਚਾਰ ਪਦਾਰਥ ਪਈਐ। ਨਾਮ ਲੀਏ ਜਮ ਤਰਾਸ ਮਿਟੈ, ਕਲ ਕਾਲ ਨਸੈ ਹਰ ਸਰਣ ਸਧਈਐ। ਲੋਕ ਪ੍ਰਲੋਕ ਸਭੈ ਸੁਧਰੈ, ਹਰ ਭਗਤ ਪ੍ਰਾਪਤ ਹੋਏ ਧਿਆਈਐ।
ਦਾਸ ਗੋਬਿੰਦ ਫਤਿਹ ਸਤਿਗੁਰ ਕੀ, ਐਸੋ ਪ੍ਰਭ ਛੋੜ ਅਵਰ ਕਤ ਜਾਈਏ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਐਸੇ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਛੱਡ ਕੇ ਮਣਾ ਕਿੱਥੇ ਚਲੇ ਜਾਈਏ। ਜਿੱਥੇ ਜਾਵਾਂਗੇ ਠੋਕਰਾਂ ਹੀ ਠੋਕਰਾਂ ਹਨ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਹਜੂਰ ਦਾ ਉਪਦੇਸ਼ ਆਪ ਨਿਤਾ ਪ੍ਰਤੀ ਪ੍ਰੇਮ ਸ਼ਰਧਾ ਭਾਵਨਾ ਨਾਲ ਸਰਵਣ ਕਰਦੇ ਹੋ। ਹਜੂਰ ਨੇ ਪਹਿਲਾ ਸ਼ਬਦ ਉਚਾਰਨ ਕੀਤਾ ਸੀ ਰਾਮ ਕਲੀ ਰਾਗ ਵਿੱਚ, ਰੇ ਮਨ ਓਟ ਲਿਹੋ ਹਰ ਨਾਮਾ, ਤੂੰ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਓਟ ਲੈ। ਕੱਲ ਹਜੂਰ ਨੇ ਕਿਰਪਾ ਕੀਤੀ ਸੀ। ਹਜੂਰ ਜੁਗਤੀਆਂ ਦਸੀਆਂ ਹਨ ਕਿ ਰਾਮ ਦੇ ਨਾਮ ਤੋਂ ਬਿਨਾਂ ਸੰਸਾਰ ਦੇ ਵਿੱਚ ਕੁਝ ਵੀ ਲਾਹੇਵੰਦ ਨਹੀਂ ਹੈਗਾ। ਅੱਜ ਹਜੂਰ ਕਿਰਪਾ ਕਰਦੇ ਹਨ, ਉਸ ਰਾਮ ਦੇ ਨਾਮ ਨੂੰ ਤੂੰ ਅੰਦਰ ਖੋਜ, ਪ੍ਰਾਣੀ ਨਾਰਾਇਣ ਸੁਧ ਲੈ। ਮਹਾਰਾਜ ਜੀਆਂ ਨੂੰ ਅੰਦਰ ਹੀ ਖੋਜ, ਤੇਰੇ ਅੰਦਰ ਹੀ ਬੈਠਾ ਹੈ। ਹਜੂਰ ਕਿਰਪਾ ਕਰਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਖਤ ਤੇ ਸੱਜ ਬੈਠੇ ਹਨ, ਸੰਗਤਾਂ ਸੱਜ ਬੈਠੀਆਂ ਹਨ, ਮਹਾਰਾਜ ਜੀਆਂ ਦੇ ਚਿਹਰੇ ਵੱਲ ਤੱਕਦੀਆਂ ਹਨ। ਦੁੱਖ ਲਏ ਜਾਂਦੇ ਹਨ ਹਜੂਰ ਦੇ ਦਰਸ਼ਨ ਕਰ ਕਰਕੇ। ਹਜੂਰ ਮੁਖ ਤੋਂ ਬਚਨ ਉਚਾਰਦੇ ਹਨ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਹਜੂਰ ਦੇ ਚਰਣਾ ਕਮਲਾਂ ਦਾ ਧਰੀਏ ਧਿਆਨ। ਦੋਨੋਂ ਹੱਥ ਜੋੜ ਕੇ ਅਦਬ ਸਹਿਤ ਹਜੂਰ ਨੂੰ ਸੀਸ ਝੁਕਾਉਂਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਨਾਵਾ। ਰਾਮ ਕਲੀ ਰਾਗ ਵਿੱਚ ਹਜੂਰ ਅੱਜ ਅਖੀਰਲਾ ਸ਼ਬਦ ਉਚਾਰਨ ਕਰਦੇ ਹਨ, ਮਹੱਲਾ ਨਾਵਾ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ महाराज अमृत बचन की बृष्ट कर कृपा दृष्ट के साथ अमृत गुरबाणी दी वर्खा कर रहे हन। प्राणी नारायण सुध लेहे। हजूर कहते हन, हे प्राणी प्राणा धारी जीव जिस विच साध संगत जी साह चल रहे हन। महाराज जी कहते हन, उस नारायण दी भी कदे खबर लिया कर, उमरा किन्नी छेती लंघी जाती है। हजूर कहते हन, जीव नूं पता ही नहीं लगता। कहता है हजे कल दियां गल्लां सी, कनेडा आया सी, 15 साल हो गए मैनू। कहता है हजे बचपन च खेडिया करदे सन, मेरे तां जवानी विच बाहां विच जोर ही बहुत सी, हुण तां मेरे तो कुर्सी नहीं चक्की जांदी। कहता है मैं बड़ी दूर तिकर देख लैंदा सी, मेरी निगाह तां मन्नी सी। तां हजूर कहते हन, हुण जदों बंदा देखदा है उम्र सारी बतीत हो गई है संसार दे धंधियां दे विच लागे पिया। कहंदा मैनू गलास नहीं दिखदा। हजूर कहंदे हन, उम्र तां बीतदी जा रही है, जो तैनू ये उम्र बख्शी सी इहदे विच तां तू विषे विकार ही भोग सट्टे। इत्थे लोक विच भी इन्हां ने तेरी बेपती कराई, पर लोक विच भी कहंदा है जदों मैनू गुस्सा आउंदा है मैं अपने घर दे भी नहीं देखदा। ये साध संगत जी बेपत्ती वालियां गल्लां हन, उन्हां नूं गुण कर करके वरण दसदे हन। जदों साध संगत जी सोझी ना होवे, हजूर ने किरपा ना कीती होवे। अज हजूर ने किरपा कीती है, सत संगत बख्शी है। इत्थे आके पता लगदा है मना वाहिगुरु बिन जगत में और ना कोई सार। महाराज जी कहते हैं, वाहिगुरु मंत्र तो बिना संसार दे विच तेरी किसे ने सार नहीं पुछनी। वाहिगुरु मंत्र ही मक्खण दी न्याई संसार दे विच सार है। वाहिगुरु मंत्र ही सार लोहे दी न्याई तेरी रखिया करेगा। हजूर कहते हैं, प्राणी नारायण सुध ले। उस जो नरां दे विच आया आयन घर ज हरेक दे विच जो वसदा है, उस दी भी कदे सुध लिया कर। छिन छिन ओद कटै निस बासुर। महाराज जी कहते हैं, छिन छिन दी संज्ञा दे नाल तेरी औद उम्र घटदी जा रही है। रात दिन जिस तरह माता देखती है, मेरा पुत्र अज 21 सालां दा हो गया है। जननी जानत सुत बड़ा होत है, इतनाक ना जानै कि दिन दिन अवध घटत है। यमराज सिर ते देख के विचारी मोह विच माया नू भाव मां नू देखदा है। हसदा है यमराज पेखत ही जमराओ हसै। वो हसदा है, मां भोली देखदी है मेरा पुत्र वड्डा हो रहा है। हजूर कहंदे वड्डा नहीं,
ਇਹਦੀ ਉਮਰ ਘਟਦੀ ਜਾ ਰਹੀ ਹੈ। ਹਜੂਰ ਕਹਿੰਦੇ ਹਨ ਛਿਨ ਛਿਨ ਦੀ ਸੰਗਿਆ ਦੇ ਨਾਲ ਆ ਜੋ ਤੂੰ ਸਤ ਸੰਗਤ ਵਿੱਚ ਘੜੀਆਂ ਬਤੀਤ ਕਰ ਰਿਹਾ ਹੈ, ਇਹਨੇ ਹੀ ਤੇਰੇ ਨਾਲ ਚੱਲਣੀਆਂ ਹਨ। ਨਹੀਂ ਤਾਂ ਛਿਨ ਛਿਨ ਕਰਕੇ ਸਾਰੀ ਰਾਤ ਬੈਠਾ ਰਹਿੰਦਾ ਹੈ, ਯਾਰਾਂ ਮਿੱਤਰਾਂ 'ਚ ਫੋਨ ਚਲਾਉਂਦਾ ਰਹਿੰਦਾ ਹੈ, ਇਤਿਆਦਿਕ ਕੰਮ ਕਰਦਾ ਹੈ, ਤੇਰੀ ਉਮਰ ਘਟਦੀ ਜਾ ਰਹੀ ਹੈ। ਜਦੋਂ ਕੰਮ ਉਹ ਭਾਵ ਜਦੋਂ ਸਾਧ ਸੰਗਤ ਜੀ ਦੇਖੀਏ, ਆਪ ਹੀ ਫਿਰ ਮੁੱਖ ਤੋਂ ਕਹਿੰਦਾ ਹੈ ਸਾਰੀ ਰਾਤ ਹੀ ਖਰਾਬ ਕਰ ਲਈ। ਉੱਥੇ ਹੀ ਜੇ ਤੂੰ 5 ਮਿੰਟ ਭਜਨ ਕੀਤਾ ਹੁੰਦਾ ਤਾਂ ਇੱਥੇ ਵੀ ਸੁਣੇ ਜਾਂਦੇ ਹਨ। ਕਹਿੰਦੇ ਹਨ ਅੱਜ ਦਿਨ ਲੇਖੇ ਵਿੱਚ ਲੱਗ ਗਿਆ ਹੈ। ਹਜੂਰ ਕਹਿੰਦੇ ਹਨ ਛਿਨ ਛਿਨ ਦੀ ਸੰਗਿਆ ਦੇ ਨਾਲ ਤੇਰੀ ਉਮਰ ਘਟਦੀ ਜਾਂਦੀ ਹੈ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਹਜੂਰ ਕਹਿੰਦੇ ਹਨ ਇਹ ਦੁਨੀਆ ਕਰਕੇ ਤੂੰ ਧਰਮ ਵਿਸਾਰ ਛੱਡਿਆ ਸੀ, ਦੁਨੀਆ ਨੂੰ ਦਿਖਾਉਣ ਦੇ ਲਈ ਇੰਨੇ ਭਾਵ ਮੈਲ ਗੱਡੀਆਂ ਇਕੱਠੀਆਂ ਕੀਤੀਆਂ ਕਿ ਲੋਕ ਮੈਨੂੰ ਸਾਹਿਬ ਜੀ ਕਹਿਣ, ਜਾਂ ਦੁਨੀਆ ਦੀ ਖਾਤਰ ਉਹਨਾਂ ਦੇ ਪ੍ਰੇਮ ਵਿੱਚ ਕਹਿੰਦਾ ਹੈ ਮੇਰੀ ਯਾਰੀ ਬੜੀ ਪੱਕੀ ਹੈ ਇਹਨਾਂ ਦੇ ਨਾਲ, ਇਹ ਤਾਂ ਸੱਜੀਆਂ ਖੱਬੀਆਂ ਬਾਹਾਂ ਹਨ। ਹਜੂਰ ਕਹਿੰਦੇ ਹਨ ਤੇਰੀ ਉਮਰ ਉਹਨਾਂ ਨਾਲ ਵਿਸ਼ੇ ਭੋਗਦੇ ਹੋਏ ਲੰਘਦੀ ਜਾ ਰਹੀ ਹੈ। ਦੁਨੀ ਨਾ ਚਾਲੀ ਸਾਥ, ਦੇਖ ਕਿੰਨਿਆਂ ਕੁ ਦੇ ਨਾਲ ਤੇਰੇ ਯਾਰਾਂ ਨੇ ਬਾਹਾਂ ਫੜੀਆਂ ਸੀ, ਉਹ ਵੀ ਚਲੇ ਗਏ ਹਨ। ਹਜੂਰ ਕਹਿੰਦੇ ਹਨ ਕਿਸੇ ਨਾਲ ਕੋਈ ਨਹੀਂ ਨਿਭਦਾ, ਹਾਂ ਸੰਸਾਰ ਕਰਕੇ ਰਿਸ਼ਤੇ ਰੱਖਿਆ ਕਰ, ਇਹਨਾਂ ਵਿੱਚ ਹੀ ਨਾ ਖੁੱਬਿਆ ਰਿਹਾ ਕਰ। ਪਾਏ ਕੁਹਾੜਾ ਮਾਰਿਆ, ਐਸੀ ਹਾਲਤ ਹੋ ਗਈ ਹੈ ਜਿਸ ਤਰ੍ਹਾਂ ਅੱਗੇ ਵਧਣਾ ਚਾਹੀਦਾ ਸੀ, ਆਪਣੇ ਪੈਰ ਤੇ ਇਸ ਮੂਰਖ ਨੇ ਆਪ ਹੀ ਕੁਹਾੜਾ ਮਾਰ ਲਿਆ ਹੈ। ਬਿਰਥਾ ਜਾਤ ਹੈ ਦੇਹ, ਮਹਾਰਾਜ ਜੀ ਕਹਿੰਦੇ ਹਨ ਦੇਖ ਤੈਨੂੰ ਕਿੱਡੀ ਸੋਹਣੀ ਦੇਹੀ ਮਿਲੀ ਸੀ। ਹਜੂਰ ਕਹਿੰਦੇ ਹਨ ਦੇਖ ਸੰਸਾਰ ਵਿੱਚ ਕਈਆਂ ਦੇ ਪੈਰ ਨਹੀਂ ਹੁੰਦੇ, ਕਈਆਂ ਦੀ ਜੋਤ ਨੇਤਰਾਂ ਵਿੱਚ ਨਹੀਂ ਹੁੰਦੀ, ਕਈਆਂ ਦੇ ਕੰਨ ਨਹੀਂ ਹੁੰਦੇ, ਕਈਆਂ ਦੇ ਹੱਥ ਨਹੀਂ ਹੁੰਦੇ। ਦੇਖ ਤੈਨੂੰ ਐਡੀ ਸੋਹਣੀ ਨਰ ਨਰੈਣੀ ਦੇਹੀ ਬਖਸ਼ੀ ਹੈ ਅਕਾਲ ਪੁਰਖ ਵਾਹਿਗੁਰੂ ਨੇ। ਮਹਾਰਾਜ ਜੀ ਕਹਿੰਦੇ ਹਨ ਤੈਨੂੰ ਸਤ ਸੰਗਤ ਵਿੱਚ ਆਉਣ ਕਰਨ ਲਈ ਬਖਸ਼ੀ ਸੀ, ਹਜੂਰ ਦੇ ਦਰਸ਼ਨਾਂ ਵਾਸਤੇ ਸੋਹਣੇ ਨੇਤਰ ਬਖਸ਼ੇ ਸੀ। ਦੇਖ ਸਭ ਵਿਅਰਥ ਹੀ ਲੰਘਦੇ ਜਾ ਰਹੇ ਹਨ, ਤੂੰ ਕਿੱਧਰ ਲੱਗਾ ਹੈ? ਸਭ ਗੰਧ ਮਲ ਹੀ ਸੁਣਦਾ ਹੈ, ਉਹੀ ਗੰਧ ਮਲ ਹੀ ਦੇਖਦਾ ਹੈ। ਹਜੂਰ ਕਹਿੰਦੇ ਹਨ ਦੇਖ ਮਹਾਰਾਜ ਜੀ ਕਹਿੰਦੇ ਹਨ ਤੇਰੀ ਦੇਹੀ ਨਾਮ ਜਪਣ ਵਾਸਤੇ ਮਿਲੀ ਸੀ, ਸਭ ਵਿਅਰਥ ਜਾ ਰਹੀ ਹੈ ਆਰੰਭ ਤੋਂ ਹੀ। ਪ੍ਰਾਨੀ ਨਾਰਾਇਣ ਸੁਧ ਲੇਹ, ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਸਾਨੂੰ ਨਜ਼ਰ ਨਹੀਂ ਆਉਂਦੇ। ਹਜੂਰ ਆਪ ਕਹਿੰਦੇ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਬੰਦਗੀ ਕਰਿਆ ਕਰੋ। ਹਜੂਰ ਉਹ ਕਿੱਥੇ ਵਸਦਾ ਹੈ? ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਪੁਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਹੀ। ਹਜੂਰ ਕਹਿੰਦੇ ਹਨ ਜਿਸ ਤਰ੍ਹਾਂ ਫੁੱਲਾਂ ਵਿੱਚ ਸੁਗੰਧੀ ਵਸਦੀ ਹੈ, ਜੇ ਤੂੰ ਕਵੇ ਮੈਨੂੰ ਦਿਖਦੀ ਨਹੀਂ ਇਹਦਾ ਮਤਲਬ ਹੈਗੀ ਨਹੀਂ। ਹਜੂਰ ਕਹਿੰਦੇ ਹਨ ਉਸ ਦੇ ਵਿੱਚ ਸੁਗੰਧੀ ਹੁੰਦੀ ਹੈ। ਸ਼ੀਸ਼ੇ ਦੇ ਵਿੱਚ ਹਜੂਰ ਕਹਿੰਦੇ ਹਨ ਜਿਸ ਤਰ੍ਹਾਂ ਤੇਰੀ ਪਰਛਾਈ ਦਿਖਦੀ ਹੈ ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਮਹਾਰਾਜ ਜੀ ਕਹਿੰਦੇ ਹਨ ਉਸੇ ਤਰ੍ਹਾਂ ਨਿਰੰਤਰ ਅਕਾਲ ਪੁਰਖ ਵਾਹਿਗੁਰੂ ਤੇਰੇ ਹਿਰਦੇ ਵਿੱਚ ਵਸਦਾ ਹੈ। ਆਪਣੇ ਅੰਦਰ ਝਾਕੀ ਮਾਰ ਕੇ ਦੇਖ। ਸਾਧ ਸੰਗਤ ਜੀ ਦੂਜਿਆਂ ਵਿੱਚ ਕਮੀਆਂ ਕੱਢਣੀਆਂ ਹਰ ਨੂੰ ਆਉਂਦੀਆਂ ਹਨ। ਜਦੋਂ ਦੇਖਦਾ ਹੈ ਕਿਸੇ ਨੂੰ ਕਹਿੰਦਾ ਹੈ ਮੈਨੂੰ ਪਤਾ ਹੈ, ਇਹਦੇ ਬਾਬਤ ਮੈਂ ਸਭ ਜਾਣਦਾ ਹਾਂ। ਕਿਉਂਕਿ ਸਾਧ ਸੰਗਤ ਜੀ ਜੇ ਪਿਛਲੀ ਉਮਰ ਗੁਨਾਹੀ ਬੀਤੀ ਹੋਵੇ, ਭਾਵ ਫਿਰ ਸਤ ਸੰਗਤ ਵਿੱਚ ਉਹ ਗੁਰਸਿੱਖ ਜੁੜ ਜਾਵੇ ਤਾਂ ਨਾਲ ਦੇ ਕਹਿੰਦੇ ਹਨ ਮੈਂ ਜਾਣਦਾ ਹਾਂ, ਸਾਡੇ ਨਾਲ ਹੀ ਰਹਿੰਦਾ ਸੀ, ਇਹਨੂੰ ਜਾਣਦਾ ਜੇ ਬਾਬਾ ਬਣਿਆ ਫਿਰਦਾ ਹੈ, ਗਿਆਨੀ ਬਣਿਆ ਫਿਰਦਾ ਹੈ। ਹਜੂਰ ਕਹਿੰਦੇ ਹਨ ਦੂਜਿਆਂ ਵਿੱਚ ਗਲਤੀਆਂ ਕੱਢਦੇ ਹਨ। ਜਦੋਂ ਹਜੂਰ ਦੇ ਪ੍ਰੇਮ ਵਾਲੇ ਗੁਰਸਿੱਖ ਸਿਮਰਨ ਕਰਨ ਲੱਗ ਜਾਂਦੇ ਹਨ ਸਾਧ ਸੰਗਤ ਜੀ ਫਿਰ ਅੰਦਰ ਵਾਲੀਆਂ ਅੱਖਾਂ ਖੁੱਲਦੀਆਂ ਹਨ। ਆਪਣੇ ਆਪ ਨੂੰ ਉਹ ਤੱਕਦੇ ਹਨ ਕਿ ਮਣਾ ਤੂੰ ਤਾਂ ਉਹਦੇ ਨਾਲੋਂ ਵੀ ਕਿੰਨਾ ਮਾੜਾ ਹੈ। ਅੰਦਰ ਦੀਆਂ ਅੱਖਾਂ ਖੁੱਲਦੀਆਂ ਹਨ, ਦੇਖਦੇ ਹਨ ਕਿੰਨਾ ਵਿਕਾਰੀ ਚਿੱਤ ਹੈ। ਅੰਦਰ ਦੀਆਂ ਅੱਖਾਂ ਖੁੱਲਦੀਆਂ ਹਨ, ਪਤਾ ਲੱਗਦਾ ਹੈ ਮਨ ਤਾਂ ਮੇਰੇ ਵੱਸ ਵਿੱਚ ਨਹੀਂ ਹੈਗਾ। ਅੰਦਰ ਦੀਆਂ ਅੱਖਾਂ ਖੁੱਲਦੀਆਂ ਹਨ, ਫਿਰ ਹਜੂਰ ਅੱਗੇ ਦਿਲ ਤੋਂ ਅਰਦਾਸ ਹੁੰਦੀ ਹੈ ਹਜੂਰ ਮੇਰੇ ਵਰਗਾ ਪਾਪੀ ਨਹੀਂ, ਤੁਹਾਡੇ ਵਰਗਾ ਬਖਸ਼ਣਹਾਰ ਨਹੀਂ। ਹਜੂਰ ਸਭ ਤੇ ਹਮ ਬੁਰੇ,
ਮਹਾਰਾਜ ਜੀ ਸਾਰਿਆਂ ਤੋਂ ਅਸੀਂ ਮਾੜੇ ਹਾਂ, ਆਪ ਕਿਰਪਾ ਕਰਕੇ ਹਜੂਰ ਸਾਡੇ ਪੱਥਰ ਵਰਗੇ ਹਿਰਦਿਆਂ ਨੂੰ ਤਾਰ ਦਵੋ। ਹਜੂਰ ਕਹਿੰਦੇ ਹਨ ਨਾਰਾਇਣ ਸੁਧ ਲੈ, ਤੂੰ ਵੀ ਅਕਾਲ ਪੁਰਖ ਵਾਹਿਗੁਰੂ ਦੀ ਖਬਰ ਲਿਆ ਕਰ। ਭਜਨ ਬੰਦਗੀ ਦੇ ਵਿੱਚ ਤੂੰ ਵੀ 5 ਮਿੰਟ ਘੱਟੋ ਘੱਟ ਤਾਂ ਬੈਠਿਆ ਕਰ। ਛਿਨ ਛਿਨ ਔਦ ਕਟੈ ਨਿਸ ਬਾਸੁਰ। ਜਿਸ ਤਰ੍ਹਾਂ ਸਾਧ ਸੰਗਤ ਜੀ ਦਿਨ ਤੇ ਪਹਿਰ, ਪਹਿਰ ਤੇ ਘਰੀਆ, ਆਪ ਘਟੈ ਤਨ ਸੀਜੈ। ਦਿਨ ਦਿਨ ਛਿਨ ਛਿਨ ਦੀ ਸੰਗਿਆ ਦੇ ਨਾਲ ਪਤਾ ਲੱਗਦਾ ਹੈ 2022 ਵੀ ਚੜ ਗਿਆ। ਹਜੇ ਕੱਲ ਦੀਆਂ ਗੱਲਾਂ ਸੀ ਜਦੋਂ ਮੇਰਾ ਭਾਵ 16ਵਾਂ ਜਨਮ ਦਿਨ ਮਨਾਇਆ ਸੀ, ਜਾਂ ਇਸ ਤਰ੍ਹਾਂ ਦੇਖਦੇ ਹਨ। ਹਜੂਰ ਕਹਿੰਦੇ ਹਨ ਤਨ ਦੇ ਵਿੱਚ ਅੱਗੇ ਬਲ ਨਹੀਂ ਆਉਂਦਾ, ਅੱਗੇ ਤਨ ਘਟਦਾ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਹਨ ਹੁਣ ਤੇਰੇ ਤੋਂ ਚੌਂਕੜਾ ਵੀ ਲੱਗ ਸਕਦਾ ਹੈ, ਸੋਹਣੀ ਰਸਨਾ ਦਿੱਤੀ ਹੈ, ਤੂੰ ਮਹਾਰਾਜ ਜੀਆਂ ਦਾ ਵਾਹਿਗੁਰੂ ਮੰਤਰ ਜਪ ਸਕਦਾ ਹੈ, ਕਿਉਂਕਿ ਛਿਨ ਛਿਨ ਦੀ ਸੰਗਿਆ ਦੇ ਨਾਲ ਤੇਰੀ ਉਮਰ ਘਟਦੀ ਜਾ ਰਹੀ ਹੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਣ ਬਿਦ ਕੀਜੈ। ਜੋ ਕਾਲ ਹੈ ਸ਼ਿਕਾਰੀ ਬਣ ਕੇ ਤੇਰੇ ਪਿੱਛੇ ਭੱਜਾ ਆਉਂਦਾ ਹੈ। ਮਹਾਰਾਜ ਜੀ ਕਹਿੰਦੇ ਹਨ ਤੇਰੀ ਕੋਈ ਵੀ ਵਿਧੀ ਨਹੀਂ ਉਹ ਚੱਲਣੀ। ਕਹੇਗਾ ਬੜਾ ਮੈਨੂੰ ਗਿਆਨ ਹੈ, ਬੜਾ ਮੈਂ ਚਤੁਰ ਹਾਂ, ਮੈਂ ਮੌਤ ਤੋਂ ਬਚ ਜਾਵਾਂਗਾ। ਹਜੂਰ ਕਹਿੰਦੇ ਨਹੀਂ ਬਚਿਆ ਜਾਣਾ। ਛਿਨ ਛਿਨ ਅਵਧ ਘਟੈ, ਛਿਨ ਛਿਨ ਦੀ ਸੰਗਿਆ ਦੇ ਨਾਲ ਤੇਰੀ ਉਮਰ ਘਟਦੀ ਜਾ ਰਹੀ ਹੈ। ਜਿਸ ਸਮੇਂ ਗੁਰਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਜੀ ਇਹ ਜੋ ਸੰਸਾਰ ਦੇ ਜੀਵ ਹਨ, ਮਹਾਰਾਜ ਜੀ ਜੋ ਅੰਮ੍ਰਿਤ ਨਾਮ ਦੀ ਵਿਸ਼ੇਸ਼ਤਾ ਵੀ ਸੰਗਤ ਵਿੱਚ ਆ ਕੇ ਸੁਣ ਲੈਂਦੇ ਹਨ, ਮਹਾਰਾਜ ਜੀ ਇਹਨਾਂ ਨੂੰ ਪਤਾ ਵੀ ਹੈ, ਫਿਰ ਵੀ ਹਜੂਰ ਮਨ ਕਿਉਂ ਨਹੀਂ ਲੱਗਦਾ ਇਹਨਾਂ ਦਾ ਨਾਮ ਵਿੱਚ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਫਰਮਾਇਆ ਸੀ ਇਹ ਸੰਸਾਰੀ ਜੀਵ ਕਿਤੇ ਹੋਰ ਹੀ ਮੋਹ ਲਾਈ ਬੈਠਾ ਹੈ। ਹਜੂਰ ਨੇ ਦੱਸਿਆ ਸੀ ਜਿਸ ਤਰ੍ਹਾਂ ਉਮਰਾਂ ਦੀਆਂ 10 ਅਵਸਥਾਵਾਂ, ਪਹਿਲੇ ਪਿਆਰ ਲੱਗਾ ਥਣ ਦੁੱਧ। ਜਿਸ ਸਮੇਂ ਬੱਚੇ ਦਾ ਜਨਮ ਹੁੰਦਾ ਹੈ ਮਾਤਾ ਦੇ ਅਸਥਣਾ ਤੋਂ ਦੁੱਧ ਚੁੰਘਣ ਵਿੱਚ ਇਸ ਦੀ ਬਿਰਤੀ ਲੱਗ ਜਾਂਦੀ ਹੈ, ਬੜਾ ਪ੍ਰੇਮ ਹੁੰਦਾ ਹੈ ਇਸ ਦਾ ਦੁੱਧ ਚੁੰਘਣ ਵਿੱਚ। ਦੂਜਾ ਮਾਏ ਬਾਪ ਕੀ ਸੁਧ, ਜਦੋਂ ਦੂਸਰੀ ਅਵਸਥਾ ਆਈ ਜਾਣਨ ਪਛਾਣਨ ਲੱਗ ਗਿਆ ਇਹ ਮੇਰੀ ਮਾਤਾ ਹੈ, ਇਹ ਮੇਰਾ ਪਿਤਾ ਹੈ। ਤੀਜਾ ਭਈਆ ਭਾਬੀ ਬੇਬ, ਜੋ ਸਾਧ ਸੰਗਤ ਜੀ ਤੀਸਰੀ ਅਵਸਥਾ ਆਈ, ਫਿਰ ਭੈਣ ਜਾਂ ਭਰਾ ਹਨ, ਰਿਸ਼ਤੇਦਾਰੀਆਂ ਇਹਨੂੰ ਪਤਾ ਲੱਗਣ ਲੱਗ ਜਾਂਦੀਆਂ ਹਨ। ਚੌਥੇ ਪਿਆਰ ਉਪੰਨੀ ਖੇਡ, ਚੌਥੀ ਤਾਂ ਮਹਾਰਾਜ ਜੀ ਕਹਿੰਦੇ ਹਨ ਇਹਦੀ ਉਮਰ ਖੇਡਾਂ ਵਿੱਚ ਲੰਘ ਜਾਂਦੀ ਹੈ। ਮਾਤਾ ਆਵਾਜ਼ਾਂ ਮਾਰ ਮਾਰ ਕੇ ਬੁਲਾਉਂਦੀ ਹੈ, ਹੱਥ ਛਡਾ ਕੇ ਬਾਹਰ ਨੂੰ ਖੇਡਣ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਹਨ ਪੰਜਵੇਂ ਖਾਣ ਪੀਣ ਕੀ ਧਾਤ, ਪੰਜਵੀਂ ਅਵਸਥਾ ਆਈ ਜਦੋਂ ਇਹਦੀ ਬਿਰਤੀ ਕਿੱਥੇ ਲੱਗ ਗਈ, ਖਾਣ ਪੀਣ ਵਿੱਚ ਲੱਗ ਗਈ। ਕੁਲਚੇ ਬਰਗਰ ਆਦਿਕ ਖਾਣ ਵਿੱਚ ਇਸ ਨੂੰ ਬੜਾ ਸਵਾਦ ਆਉਂਦਾ ਹੈ, ਮਸਾਲੀਆਂ ਚੀਜ਼ਾਂ ਦੇ ਵਿੱਚ। ਛੇਵਾਂ ਕਾਮ ਨਾ ਪੁੱਛੈ ਜਾਤ, ਜਦੋਂ ਛੇਵੀਂ ਅਵਸਥਾ ਆਈ ਜ਼ੁਬਾਨੀ ਵਿੱਚ ਪੈਰ ਧਰਿਆ ਇਸ ਨੇ, ਕਾਮ ਇੰਨੀ ਜਾਤ ਵੀ ਨਹੀਂ ਪੁੱਛਿਆ ਇਸ ਨੇ। ਸਾਧ ਸੰਗਤ ਜੀ ਜਾਤ ਕੋਈ ਕੁਜਾਤ ਵੀ ਨਹੀਂ ਦੇਖੀ, ਜਿੱਥੇ ਕਿਤੇ ਦੇਖਦਾ ਹੈ ਮੂੰਹ ਮਾਰਨ ਨੂੰ ਫਿਰਦਾ ਹੈ। ਹਜੂਰ ਕਹਿੰਦੇ ਹਨ ਉਸ ਵਿੱਚ ਇਸ ਦਾ ਮੋਹ ਲੱਗ ਗਿਆ ਹੈ। ਸਤਵੇਂ ਸਾਂਝ ਕੀਆ ਘਰ ਵਾਸ, ਸਤਵੀਂ ਅਵਸਥਾ ਆਈ, ਘਰ ਦੇ ਵਿੱਚ ਸਾਧ ਸੰਗਤ ਜੀ ਆਨੰਦ ਕਾਰਜ ਹੋ ਗਿਆ। ਪਹਿਲਾਂ ਤਾਂ ਕਹਿੰਦਾ ਸੀ ਮੈਨੂੰ ਫੋਨ ਨਾ ਕਰਿਆ ਕਰੋ, ਮੈਂ ਬਾਹਰ ਬਹਿਨਾ ਹਾਂ, ਰਾਤ ਰਾਤ ਤੀਕਰ ਬਾਹਰ ਹੁੰਦਾ ਸੀ। ਜਦੋਂ ਘਰ ਦੇ ਵਿੱਚ ਇਸਤਰੀ ਆ ਗਈ ਟਾਈਮ ਨਾਲ ਹੀ ਘਰੇ ਆ ਕੇ ਬਹਿ ਜਾਂਦਾ ਹੈ। ਫਿਰ 8ਵਾਂ ਕ੍ਰੋਧ ਹੋਆ ਤਨ ਨਾਸ, ਜਦੋਂ ਅੱਗੇ ਗਾਂ ਬੱਚੇ ਪੈਦਾ ਹੋਏ ਮਹਾਰਾਜ ਜੀ ਕਹਿੰਦੇ ਹਨ ਇਹ ਬੜਾ ਗੁੱਸਾ ਕਰਨ ਲੱਗ ਗਿਆ। ਕੋਈ ਘਰ ਵਿੱਚ ਇਸ ਦੀ ਗੱਲ ਤਾਂ ਸੁਣਦਾ ਨਹੀਂ ਸੀ, ਜਦੋਂ ਉੱਚੀ ਉੱਚੀ ਬੋਲਦਾ ਹੈ ਮਹਾਰਾਜ ਜੀ ਕਹਿੰਦੇ ਹਨ ਕ੍ਰੋਧ ਦੇ ਸਹਿਤ ਸਭ ਚੀਜ਼ਾਂ ਘਰ ਵੱਲ ਹੀ ਖਿੱਚਦਾ ਹੈ, ਆਪਣੇ ਬੱਚਿਆਂ ਕਰਕੇ ਸੰਸਾਰ ਨਾਲ ਲੜਦਾ ਹੈ। ਮਹਾਰਾਜ ਜੀ ਕਹਿੰਦੇ ਹਨ ਨਾ ਮੈਂ ਧੌਲੇ ਉੱਬੇ ਸਾਹ, 9ਵੀਂ ਅਵਸਥਾ ਆਈ, ਮੁਖ ਤੇ ਚਿੱਟੇ ਹੀਰੇ ਭਾਵ ਧੌਲੇ ਚਿੱਟੇ ਕੇਸ ਆ ਗਏ, ਉੱਬੇ ਸਾਹ ਭਾਰੀ ਸਾਹ ਲੈਣ ਲੱਗਾ। ਥੋੜਾ ਜਿਹਾ ਕੰਮ ਕਰਕੇ ਹੀ ਇਸ ਨੂੰ ਸਾਹ ਚੜ ਜਾਂਦਾ ਹੈ। 10ਵਾਂ ਦੱਦਾ ਹੋਆ ਸੁਆਹ, ਮਹਾਰਾਜ ਜੀ ਕਹਿੰਦੇ ਹਨ ਉਸ ਤੋਂ ਬਾਅਦ ਇਸ ਦੀ ਦੇਹੀ ਸਵਾਹ ਹੋ ਜਾਂਦੀ ਹੈ। ਭਾਵ ਐਸੀ ਮਹਾਰਾਜ ਜੀ ਕਹਿੰਦੇ ਹਨ ਛਿਨ ਛਿਨ ਦੀ ਔਦ ਦੇ ਨਾਲ ਇਸ ਦੀ ਦੇਹ ਘਟਦੀ ਜਾ ਰਹੀ ਹੈ, ਇਹ ਮੌਤ ਵੱਲ ਜਾ ਰਿਹਾ ਹੈ। ਹਜੂਰ ਕਹਿੰਦੇ ਹਨ ਇਸ ਦਾ ਮੋਹ ਇਹਨਾਂ ਚੀਜ਼ਾਂ ਵਿੱਚ ਲੱਗਾ ਹੈ। ਗਏ ਸੰਗੀਤ ਪੁਕਾਰੀ ਤਾਹ, ਉੱਡਿਆ ਹੰਸ ਦਸਾਏ ਰਾਹ,
ਫਿਰ ਸਾਧ ਸੰਗਤ ਜੀ ਜਦੋਂ ਬਜ਼ੁਰਗ ਹੋਇਆ ਸੀ, ਸੁਗੀਤ ਭਾਵ ਆਵਾਜ਼ ਵੀ ਚਲੇ ਜਾਂਦੀ ਹੈ, ਮੂੰਹ ਚੋਂ ਵਾਹਿਗੁਰੂ ਕਹਿਣਾ ਚਾਹੁੰਦਾ ਹੈ, ਵਾਹਿਗੁਰੂ ਮਹਾਰਾਜ ਜੀ ਕਹਿੰਦੇ ਹਨ ਨਿਕਲਦਾ ਹੀ ਨਹੀਂ ਮੂੰਹ ਦੇ ਵਿੱਚ। ਮਹਾਰਾਜ ਜੀ ਕਹਿੰਦੇ ਹਨ ਹੰਸ ਫਿਰ ਉਡਾਰੀ ਮਾਰ ਜਾਂਦਾ ਹੈ। ਜਿਸ ਤਰ੍ਹਾਂ ਆਇਆ ਗਿਆ ਮੁਇਆ ਨਾਉ, ਪਹਿਲਾਂ ਕਹਿੰਦਾ ਸੀ ਮੇਰਾ ਇੱਥੇ ਨਾਮ ਲਿਖ ਦਵੋ, ਹਜੂਰ ਕਹਿੰਦੇ ਹਨ ਆਇਆ ਗਿਆ ਮੁਇਆ ਨਾਉ, ਇਹਦਾ ਨਾਮ ਵੀ ਇਹਦੇ ਨਾਲ ਚਲੇ ਜਾਂਦਾ ਹੈ। ਲੋਕ ਘੱਟੋ ਘੱਟ 20 ਸਾਲ ਜਾਂ 25 ਸਾਲ ਮਹਾਰਾਜ ਜੀ ਕਹਿੰਦੇ ਹਨ ਯਾਦ ਰੱਖਦੇ ਹਨ, ਉਸ ਤੋਂ ਬਾਅਦ ਤੇਰਾ ਨਾਮ ਵੀ ਨਹੀਂ ਕਿਸੇ ਨੇ ਯਾਦ ਕਰਨਾ। ਪਿੱਛੇ ਪੱਤਲ ਸੱਦਹਿ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਝ ਗੁਰੂ ਡੁੱਬਾ ਸੰਸਾਰ। ਹਜੂਰ ਦਾ ਉਪਦੇਸ਼ ਸਾਧ ਸੰਗਤ ਜੀ ਜੇ ਸ਼ਰਵਣ ਹੀ ਕਰ ਲਈਏ ਪ੍ਰੇਮ ਦੇ ਨਾਲ ਤਰ ਜਾਵਾਂਗੇ। ਮਹਾਰਾਜ ਜੀ ਸੰਸਾਰ ਦੀ ਹਾਲਤ ਦੱਸਦੇ ਹਨ, ਗੁਰੂ ਤੋਂ ਬਿਨਾਂ ਸੰਸਾਰ ਡੁੱਬਦਾ ਜਾ ਰਿਹਾ ਹੈ। ਗੁਰੂ ਤੋਂ ਬਿਨਾਂ ਕਿਹੜਾ ਦੱਸੇ, ਕਿਹੜਾ ਸ਼ੀਸ਼ਾ ਦਿਖਾਵੇ, ਕਿਹੜਾ ਇਸ ਮਨ ਨੂੰ ਸਾਧ ਸੰਗਤ ਜੀ ਰੋਕੇ, ਕਿਉਂਕਿ ਹਜੂਰ ਦਾ ਉਪਦੇਸ਼ ਮਨ ਦੀ ਹਾਲਤ ਦਿਖਾਉਂਦਾ ਹੈ। ਦੇਖ ਤੇਰੇ ਅੰਦਰ ਕੀ ਚੱਲ ਰਿਹਾ ਹੈ, ਜੋ ਇਹ ਮਨ ਸੁਣਨਾ ਹੀ ਨਹੀਂ ਚਾਹੁੰਦਾ, ਕਿਉਂਕਿ ਇਹ ਮਨ ਨੂੰ ਸੁੱਖ ਮਿਲਦਾ ਹੈ, ਦੁਨਿਆਵੀ ਚੀਜ਼ਾਂ ਦੇ ਵਿੱਚ ਸੁੱਖ ਮਿਲਦਾ ਹੈ, ਠੱਗੀ ਮਾਰਿਆ। ਹਜੂਰ ਦਾ ਉਪਦੇਸ਼ ਸੁਣਨ ਨਾਲ ਮਾਨੋ ਕਿ ਜਿਸ ਤਰ੍ਹਾਂ ਬਿੱਛੂ ਡੰਗ ਮਾਰਦੇ ਹੋਣ, ਐਸੀ ਹਾਲਤ ਹੈ। ਹਜੂਰ ਕਹਿੰਦੇ ਹਨ ਦੇਹੀ ਨਾਸ਼ ਹੁੰਦੀ ਜਾ ਰਹੀ ਹੈ, ਬਿਰਥਾ ਜਾਤ ਹੈ ਦੇਹ। ਮਹਾਰਾਜ ਜੀ ਕਹਿੰਦੇ ਹਨ ਇਸ ਦੇਹ ਲਈ ਕੁਛ ਕਰ ਲਾ, ਵਿਅਰਥ ਲੰਘਦੀ ਜਾ ਰਹੀ ਹੈ। ਰਹਾਉ ਵਿਸ਼ਰਾਮ ਦੇ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ। ਤਰ ਨਾਪੋ ਵਿਖਿਆਣ ਸੋ ਖੋਇਓ। ਮਹਾਰਾਜ ਜੀ ਕਹਿੰਦੇ ਹਨ ਜਵਾਨੀ ਵਿਖਿਆਂ ਵਿੱਚ ਤੂੰ ਗਵਾ ਦਿੱਤੀ ਹੈ, ਜਵਾਨੀ ਤੂੰ ਸਭ ਵਿਅਰਥ ਦੇ ਕੰਮਾਂ ਵਿੱਚ ਗਵਾ ਦਿੱਤੀ ਹੈ। ਬਾਲਪਨ ਅਗਿਆਨਾ, ਜਦੋਂ ਛੋਟਾ ਸੀ ਅਗਿਆਨ ਦੇ ਵਿੱਚ ਹੀ ਰਿਹਾ, ਪਤਾ ਹੀ ਨਹੀਂ ਲੱਗਾ ਕਿ ਨਾਮ ਵੀ ਕੁਛ ਹੁੰਦਾ ਹੈ। ਹਜੂਰ ਕਹਿੰਦੇ ਹਨ ਬਚਪਨਾ ਵੀ ਤੇਰਾ ਵਿਅਰਥ ਨਿਕਲ ਗਿਆ ਹੈ। ਬਿਰਧ ਪਇਓ ਅਜਹੂ ਨਹੀਂ ਸਮਝੈ। ਮਹਾਰਾਜ ਜੀ ਕਹਿੰਦੇ ਹਨ ਬਜ਼ੁਰਗ ਹੋ ਗਿਆ ਹੈ, ਹਜੇ ਵੀ ਤੂੰ ਉਹ ਗੱਲ ਨਹੀਂ ਜਾਣੀ, ਕਿਉਂਕਿ ਜਵਾਨੀ ਤਾਂ ਤੂੰ ਵਿਸ਼ਿਆਂ ਵਿੱਚ ਕੱਢ ਦਿੱਤੀ ਹੈ। ਵਿਖਿਆਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਐਸਾ ਵਿਖਿਆਂ ਵਿੱਚ ਰਚ ਜਾਂਦਾ ਹੈ, ਨਿਮਖ ਮਾਤਰ ਵੀ ਮਨ ਵਿੱਚ ਉਦਾਸੀ ਨਹੀਂ ਆਉਂਦੀ, ਭਾਵ ਕਦੇ ਡਰ ਨਹੀਂ ਲੱਗਦਾ ਮਣਾ। ਹਜੂਰ ਸਭ ਕੁਝ ਤੱਕਦੇ ਹਨ, ਜਿਸ ਤਰ੍ਹਾਂ ਨਿਮਖ ਮਹਾਰਾਜ ਜੀ ਕਹਿੰਦੇ ਹਨ ਨਿਮਖ ਨਾ ਹੋਏ ਉਦਾਸ। ਨਿਮਖ ਮਾਤਰ ਵੀ ਆਪਣੇ ਮਨ ਨੂੰ ਜਨਾਉਣਾ ਹੀ ਨਹੀਂ ਚਾਹੁੰਦਾ। ਹਜੂਰ ਕੀ ਕਰੀਏ ਫਿਰ, ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਫਾਸ। ਹਜੂਰ ਕਹਿੰਦੇ ਹਨ ਕਾਲ ਪੁਰਖ ਵਾਹਿਗੁਰੂ ਦਾ ਭਜਨ ਕਰ, ਗਲ ਦੇ ਵਿੱਚ ਜਮਾਂ ਦੀਆਂ ਫਾਹਾਂ ਕੱਟਣ ਦੇ ਸਮਰੱਥ ਹੈ ਵਾਹਿਗੁਰੂ ਦਾ ਨਾਮ। ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਮਹਾਰਾਜ ਜੀ ਕਹਿੰਦੇ ਹਨ ਜਵਾਨੀ ਤੇ ਬਚਪਨ ਅਗਿਆਨ ਵਿੱਚ ਨਿਕਲ ਗਿਆ ਹੈ, ਹੁਣ ਤਾਂ ਤੇਰੇ ਸਰੀਰ ਦੇ ਉੱਪਰ ਬੁਢੇਪੇ ਨੇ ਜ਼ੋਰ ਪਾ ਲਿਆ ਹੈ, ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ, ਨੂੜ ਕੇ ਸੁੱਟ ਦਿੱਤਾ ਹੈ ਬੁਢੇਪੇ ਨੇ। ਮਹਾਰਾਜ ਜੀ ਕੀ ਕਰੀਏ। ਹਜੂਰ ਕਹਿੰਦੇ ਹਨ ਕਹੋ ਨਾਨਕ ਭਜ ਹਰ ਮਨਾ, ਔਧ ਜਾਤ ਹੈ ਬੀਤ। ਹਜੇ ਵੀ ਹਜੂਰ ਨੇ ਕਿਰਪਾ ਕੀਤੀ ਹੈ, ਕੁਝ ਸਵਾਸ ਬਖਸ਼ੇ ਹਨ, ਉਹਨਾਂ ਵਿੱਚ ਹੀ ਤੂੰ ਨਾਮ ਜਪ ਲਾ, ਤੇਰਾ ਪਾਰ ਉਤਾਰਾ ਹੋ ਜਾਵੇਗਾ। ਕੌਣ ਕੁਮਤ ਉਰ ਜਾਨਾ। ਮਹਾਰਾਜ ਜੀ ਕਹਿੰਦੇ ਹਨ ਬਿਰਧ ਹੋ ਗਿਆ ਹੈ, ਹਜੇ ਨਹੀਂ ਸਮਝਦਾ ਕਿਹੜੀ ਖੋਟੀ ਮੱਤ ਲੈ ਲਈ ਇਸ ਨੇ, ਜਿੰਦੇ ਵਿੱਚ ਉਰਜਿਆ ਰਹਿੰਦਾ ਹੈ। ਚੰਗੀ ਚੀਜ਼ ਦਸੀਏ ਸੁਣਦਾ ਹੀ ਨਹੀਂ, ਖੋਟੀ ਬੁੱਧੀ ਪਤਾ ਨਹੀਂ ਇਹਨੂੰ ਕਿਹਨੇ ਦੱਸ ਛੱਡੀ ਹੈ, ਆਪੇ ਹੀ ਇਹਦੇ ਵਿੱਚੋਂ ਵਿਕਾਰ ਪੈਦਾ ਹੁੰਦੇ ਨੇ। ਚੰਗੀਆਂ ਚੀਜ਼ਾਂ ਮਹਾਰਾਜ ਜੀ ਕਹਿੰਦੇ ਹਨ ਸੁਣਦਾ ਹੀ ਨਹੀਂ, ਕਿਹੜੀ ਇਹਨੇ ਖੋਟੀ ਮੱਤ ਲੈ ਲਈ ਹੈ। ਹਜੂਰ ਅੱਗੇ ਅਰਦਾਸ ਕਰੀਏ ਮਹਾਰਾਜ, ਬਚਪਨ ਮਹਾਰਾਜ ਜੀ ਅਗਿਆਨ ਵਿੱਚ ਨਿਕਲ ਗਿਆ ਹੈ, ਹਜੂਰ ਜਵਾਨੀ ਵਿਸ਼ਿਆਂ ਵਿੱਚ ਲੰਘਦੀ ਜਾ ਰਹੀ ਹੈ। ਬੁਢੇਪਾ ਆਉਣ ਤੋਂ ਪਹਿਲਾਂ ਹਜੂਰ ਕਿਰਪਾ ਕਰੋ, ਸਾਡੇ ਹਿਰਦੇ ਵਿੱਚ ਆਪ ਜੀਆਂ ਦਾ ਨਾਮ ਵਸ ਜਾਵੇ। ਮਾਨਸ ਜਨਮ ਦਿਓ ਜਹ ਠਾਕੁਰ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਗਰੀਬ ਨਿਵਾਜ ਕਹਿੰਦੇ ਹਨ ਤੈਨੂੰ ਇਹ ਜਨਮ ਦਿੱਤਾ ਹੈ, ਸੋਹਣੀ ਦੇਹੀ ਬਖਸ਼ੀ ਹੈ। ਮਾਨਸ ਜਨਮ ਦਿਓ ਜਹ ਠਾਕੁਰ। ਜਿਸ ਠਾਕੁਰ ਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਐਡੀ ਸੁੰਦਰ ਦੇਹ ਬਖਸ਼ੀ ਹੈ, ਸੋ ਤੈ ਕਿਉਂ ਬਿਸਰਾਇਓ। ਮਹਾਰਾਜ ਜੀ ਕਹਿੰਦੇ ਹਨ ਦੇਖ ਗੁਰਸਿੱਖਾ ਤੂੰ ਉਸ ਨੂੰ ਕਿਉਂ ਵਿਸਾਰ ਛੱਡਿਆ ਹੈ। ਹਜੂਰ ਅਸੀਂ ਤਾਂ ਨਾਮ ਜਪਦੇ ਹਾਂ। ਹਜੂਰ ਕਹਿੰਦੇ ਹਨ ਜਪਦੇ ਤਾਂ ਹੈ
ਪਰ ਉਹਦੇ ਵਿੱਚ ਵੀ ਹਉਮੈ ਹੁੰਦੀ ਹੈ। ਕੋਈ ਮੈਨੂੰ ਤੱਕੇ ਥੋੜਾ ਜਪਦਾ ਹੈ, ਮਨ ਕਿਤੇ ਤੇਰਾ ਹੋਰ ਹੀ ਚਲੇ ਜਾਂਦਾ ਹੈ। ਬਿਨ ਗੁਰ ਭਰਮੈ ਆਵੈ ਜਾਏ, ਹਜੂਰ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਤੇ ਬਿਨਾ ਭਜਨ ਤੋਂ ਬਿਨਾ ਭਰਮ ਦੇ ਵਿੱਚ ਆਉਂਦਾ ਜਾਂਦਾ ਰਹੇਗਾ। ਜਿਸ ਤਰ੍ਹਾਂ ਹਜੂਰ ਕਹਿੰਦੇ ਹਨ, ਸੁਣ ਬਾਵਰੇ ਮਤ ਜਾਣਹਿ ਪ੍ਰਭ ਮੈਂ ਪਾਇਆ। ਕਦੇ ਹਿਰਦੇ ਦੇ ਵਿੱਚ ਹੰਕਾਰ ਨਾ ਕਰ ਬੈਠੀ ਕਿ ਆਪਣੀ ਲਿਆਕਤ ਨਾਲ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਬੰਦਗੀ ਕੀਰਤਨ ਕਥਾ ਕਰਦਾ ਹੈ। ਇਹ ਤਾਂ ਹਜੂਰ ਨੇ ਤੇਰੇ ਤੇ ਜਿਹ ਗੁਰ ਜਿਨ ਕੋ ਸੋ ਪ੍ਰਸੰਨ, ਸ਼ਬਦ ਲਗ ਭਵਜਲ ਤਾਰੇ, ਹਜੂਰ ਨੇ ਵਿਸ਼ੇਸ਼ ਕਰਕੇ ਖੁਸ਼ੇ ਬਖਸ਼ੇ ਹਨ। ਸੁਣ ਬਾਵਰੇ ਥੀਓ ਰੇਣ ਜਿਨੀ ਪ੍ਰਭ ਧਿਆਇਆ, ਉਹਨਾਂ ਦੇ ਚਰਨਾਂ ਦੀ ਰੇਣ ਹੋ ਜਾਵੀਂ ਜੇ ਤੈਨੂੰ ਨਾਮ ਦੀ ਕਿਣਤਾ ਆਦਿਕ ਪ੍ਰਾਪਤ ਹੋਈ। ਮਹਾਰਾਜ ਜੀ ਕਹਿੰਦੇ ਹਨ ਉਹ ਫਿਰ ਹਰੇਕ ਦੀ ਚਰਨਾਂ ਦੀ ਧੂੜੀ ਹੋ ਜਾਂਦੇ ਹਨ। ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ, ਵਡਭਾਗੀ ਦਰਸ਼ਨ ਪਾਈਐ। ਹਜੂਰ ਕਹਿੰਦੇ ਹਨ ਦੇਖ ਉਹਨਾਂ ਦੇ ਜਿਨ੍ਹਾਂ ਨੇ ਧਿਆਇਆ ਹੁੰਦਾ ਹੈ, ਸੰਸਾਰ ਦੇ ਲੋਕ ਉਹਨਾਂ ਨੂੰ ਵਡਿਆਈ ਦੀ ਇੱਛਾ ਨਹੀਂ ਹੁੰਦੀ, ਉਹਨਾਂ ਦੇ ਚਰਨਾਂ ਤੇ ਝੁਕ ਜਾਂਦੇ ਹਨ। ਉਹਨਾਂ ਤੋਂ ਸਾਧ ਸੰਗਤ ਜੀ ਦਰਸ਼ਨ ਕਰਕੇ ਡਰ ਲੱਗਦਾ ਹੈ, ਪਾਪ ਅੰਦਰ ਕੰਬਦੇ ਹਨ। ਐਸੇ ਹਜੂਰ ਦੇ ਗੁਰਸਿੱਖ ਹਨ। ਹਜੂਰ ਕਹਿੰਦੇ ਹਨ ਉਹਨਾਂ ਨੂੰ ਤੱਕਿਆ ਹੀ ਸੁਖ ਮਿਲਦਾ ਹੈ। ਮਹਾਰਾਜ ਜੀ ਕਹਿੰਦੇ ਹਨ ਥੀਓ ਨਿਮਾਣਾ ਸਦ ਕੁਰਬਾਨਾ, ਸਗਲਾ ਆਪ ਮਿਟਾਈਐ। ਹਜੂਰ ਕਹਿੰਦੇ ਹਨ ਦੇਖ ਨਾਮ ਜਪ ਕੇ ਚਾਹੀਦਾ ਤਾਂ ਸੀ ਨਿਮਾਣਾ ਹੋ ਜਾਣਾ, ਆਪਾ ਭਾਵ ਮਿਟਾ ਦੇਣਾ। ਤੂੰ ਤਾਂ ਕਹਿੰਦਾ ਹੈ ਮੇਰੇ ਵਰਗੀ ਛੁੱਧ ਕੋਈ ਗੁਰਬਾਣੀ ਹੀ ਨਹੀਂ ਪੜ੍ਹਦਾ, ਮੇਰੇ ਅਰਗੇ ਤਾਂ ਕੋਈ ਅਰਥ ਹੀ ਨਹੀਂ ਕਰਦਾ। ਹਜੂਰ ਕਹਿੰਦੇ ਹਨ ਦੇਖ ਤੂੰ ਉਸ ਨੂੰ ਨਹੀਂ ਪਾਇਆ, ਤੂੰ ਜੁਗਤੀ ਵਾਲੀ ਗੱਲ ਤਾਂ ਸਿੱਖੀ ਹੀ ਨਹੀਂ। ਮੁਕਤ ਹੋਤ ਨਰ ਜਾ ਕੈ ਸਿਮਰੈ। ਮਹਾਰਾਜ ਜੀ ਕਹਿੰਦੇ ਹਨ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਨਾਲ ਤੂੰ ਮੁਕਤ ਹੋ ਜਾਣਾ ਸੀ, ਇਸ ਸੰਸਾਰ ਦੇ ਬੰਧਨਾਂ ਨੂੰ ਕੱਟਦੇ ਹੋਏ ਤੂੰ ਪਾਰ ਹੋ ਜਾਣਾ ਸੀ। ਨਿਮਖ ਨਾ ਤਾਕੋ ਗਾਇਓ। ਮਹਾਰਾਜ ਜੀ ਕਹਿੰਦੇ ਹਨ ਦੇਖੋ ਨਿਮਖ ਨਹੀਂ ਤੂੰ ਉਸ ਨੂੰ ਗਾਇਆ। ਹਜੂਰ ਮਨ ਦੀ ਹਾਲਤ ਕੈਸੀ ਹੈ, ਹਜੂਰ ਮਨ ਵਸ ਵਿੱਚ ਹੀ ਨਹੀਂ ਹੈਗਾ। ਮਹਾਰਾਜ ਜੀ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਭਜਨ ਬੰਦਗੀ ਨਾਲ ਮੁਕਤ ਹੋਣਾ ਸੀ, ਹਜੂਰ ਮੇਰੇ ਤੋਂ ਥੋੜਾ ਸਮਾਂ ਨਹੀਂ ਜੇ ਬੈਠਿਆ ਜਾਂਦਾ। ਆਪ ਕਿਰਪਾ ਕਰੋ ਹਜੂਰ, ਸ਼ਬਦ ਸਾਡੇ ਮਨ ਵਿੱਚ ਵਸੇ। ਜਿਸ ਤਰ੍ਹਾਂ ਆਪ ਜੀਆਂ ਦੇ ਗੁਰਸਿੱਖ ਹਜੂਰ ਲੰਮਾ ਲੰਮਾ ਸਮਾਂ ਹਜੂਰ ਨਾਮ ਜਪਦੇ ਹਨ, ਮਹਾਰਾਜ ਜੀ ਸਾਡੇ ਤੇ ਵੀ ਕਿਰਪਾ ਕਰੋ। ਮਾਇਆ ਕੋ ਮਦ ਕਹਾ ਕਰਤ ਹੈ। ਹਜੂਰ ਕਹਿੰਦੇ ਹਨ ਮਾਇਆ ਕੋ ਮਦ ਕਹਾ ਕਰਤ ਹੈ। ਇਹ ਜੀਵ ਜੋ ਮਾਇਆ ਦਾ ਬੜਾ ਹੰਕਾਰ ਕਰਦਾ ਹੈ, ਸੰਗ ਨਾ ਕਾਹੂ ਜਾਈ। ਹਜੂਰ ਕਹਿੰਦੇ ਹਨ ਦੇਖ ਕਰ ਕਰ ਥਾਕੇ ਵੱਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ। ਤੇਰੇ ਤੋਂ ਪਹਿਲਾਂ ਤੇਰੇ ਵੱਡੇ ਵਡੇਰੇ ਕਰ ਕਰਕੇ ਥੱਕ ਗਏ ਨੇ। ਹਜੂਰ ਕਹਿੰਦੇ ਹਨ ਅੱਜ ਤੀਕਰ ਉਹਨਾਂ ਦੇ ਕੰਮ ਨਹੀਂ ਹੋਏ ਪੂਰੇ, ਤੇਰੇ ਕਿਵੇਂ ਪੂਰੇ ਹੋ ਜਾਣਗੇ। ਹਜੂਰ ਕਹਿੰਦੇ ਹਨ ਦੇਖ ਮਾਇਆ ਨੇ ਵੀ ਤੇਰਾ ਨਾ ਸਾਥ ਨਹੀਂ ਉਹ ਦੇਣਾ। ਮਾਇਆ ਵੀ ਕਹੇਗੀ ਪਾਪੀਆ ਮੈਨੂੰ ਵੀ ਤੂੰ ਨਰਕਾਂ ਵਿੱਚ ਸੁੱਟਿਆ ਹੈ। ਜਿਸ ਤਰ੍ਹਾਂ ਸਾਖੀ ਆਉਂਦੀ ਹੈ ਮਾਇਆ ਦੇ ਪਾਸ ਜਿਸ ਤਰ੍ਹਾਂ ਸਾਹੂਕਾਰ ਜਿਸ ਸਮੇਂ ਅੰਤਲਾ ਸਮਾਂ ਆਉਂਦਾ ਹੈ ਆਪਣੇ ਪੁੱਤਰਾਂ ਦੇ ਚਿਹਰੇ ਵੱਲ ਤੱਕਦਾ ਹੈ, ਪੁੱਤਰੋ ਮੈਨੂੰ ਬਚਾ ਲਓ। ਨਬਜਾਂ ਹੱਥਾਂ ਵਿੱਚ ਪੁੱਤਰਾਂ ਦੇ ਫੜੀਆਂ ਹੁੰਦੀਆਂ ਹਨ, ਕਹਿੰਦੇ ਹਨ ਬਾਪੂ ਮੈਂ ਤੇਰੀ ਬਾਂਹ ਫੜੀ, ਕਿਤੇ ਜਾਣ ਨਹੀਂ ਦੇਣਾ ਤੈਨੂੰ, ਪਤਾ ਹੀ ਨਹੀਂ ਲੱਗਦਾ ਕਦੋਂ ਸਰੀਰ ਵਿੱਚੋਂ ਨਿਕਲ ਜਾਂਦਾ ਹੈ। ਇਸੇ ਤਰ੍ਹਾਂ ਮਾਇਆ ਨੂੰ ਆਵਾਜ਼ਾਂ ਮਾਰਦਾ ਹੈ, ਮਾਇਆ ਤੇਰੇ ਨਾਲ ਬੜਾ ਪ੍ਰੇਮ ਕੀਤਾ ਹੈ, ਛੋਟੇ ਹੁੰਦਿਆਂ ਤੋਂ ਹੀ ਘਰ ਵਿੱਚ ਹੋਏ ਮੈਨੂੰ ਸਿੱਖਿਆ ਮਿਲੀ ਸੀ ਪੁੱਤਰ ਮਾਇਆ ਇਕੱਠੀ ਕਰਨੀ ਹੈ। ਵੱਡੇ ਹੋ ਕੇ ਮਹਾਰਾਜ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਮਾਇਆ ਕਮਾਈ ਹੈ। ਬਜ਼ੁਰਗ ਹੋ ਗਿਆ ਹਾਂ, ਕੋਠੀਆਂ ਬਣਾ ਦਿੱਤੀਆਂ ਹਨ, ਹਜੇ ਵੀ ਮਨ ਵਿੱਚ ਇੱਛਾ ਹੈ ਓਵਰ ਟਾਈਮ ਲਾ ਕੇ ਹੋਰ ਮਾਇਆ ਕਮਾਵਾਂ। ਪਰ ਜਦੋਂ ਮਾਇਆ ਨੂੰ ਆਵਾਜ਼ ਮਾਰੀ, ਮਾਇਆ ਕਹਿੰਦੀ ਹੈ ਪਾਪੀਆ ਦਾਨ ਪੁੰਨ ਕਰਨੇ ਸੀ, ਇਹਦੇ ਨਾਲ ਮੇਰਾ ਵੀ ਭਲਾ ਹੁੰਦਾ। ਆਪ ਤਾਂ ਚੱਲਿਆ ਹੈ, ਮੈਨੂੰ ਵੀ ਨਰਕਾਂ ਵਿੱਚ ਸੁੱਟ ਚੱਲਿਆ ਹੈ। ਮਾਇਆ ਵੀ ਹਜੂਰ ਕਹਿੰਦੇ ਹਨ ਸਾਥ ਨਹੀਂ ਦਿੰਦੀ ਉਸ ਸਮੇਂ। ਜਰਾ ਆਪਣੇ ਮਨ ਵਿੱਚ ਝਾਤੀ ਮਾਰ ਕੇ ਦੇਖ, ਜਾਂ ਜਿਸ ਤਰ੍ਹਾਂ ਸਾਰਾ ਸੰਸਾਰ ਜਿੱਤ ਲੇਗਾ ਤਾਂ ਵੀ ਜਨਾਜੇ ਵਿੱਚੋਂ ਕਹੇਗਾ ਮੇਰੇ ਹੱਥ ਖਾਲੀ ਕਰ ਦੇਵੋ, ਸਾਰੀ ਉਮਰ ਵਿਅਰਥ ਹੀ ਨਿਗਾਹ ਛੱਡੀ ਹੈ। ਨਾਨਕ ਕਹਿਤ ਚੇਤ ਚਿੰਤਾ ਮਨ। ਮਹਾਰਾਜ ਜੀ ਕਹਿੰਦੇ ਹਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ
ਸਾਹਿਬ ਜੀ ਮਹਾਰਾਜ ਮੋਹਰ ਲਾਉਂਦੇ ਹਨ। ਕਹਿੰਦੇ ਹਨ, ਉਹ ਚਿੰਤਾ ਮਨ ਜੋ ਸਭ ਚਿੰਤਾ ਨਾਸ਼ ਕਰਨ ਦੀ ਮਨੀ ਹੈ, ਸੁੱਖਾਂ ਦਾ ਸਾਗਰ ਹੈ, ਦਇਆਲ ਹੈ, ਦਇਆ ਦਾ ਆਲ ਘਰ ਹੈ। ਜਿਸ ਨੂੰ ਦਇਆ ਕਰਨ ਦੀ ਆਦਤ ਹੈ ਹਜੂਰ ਨੂੰ, ਹਜੂਰ ਆਪਣੇ ਗੁਰਸਿੱਖਾਂ ਤੇ ਸਦਾ ਹੀ ਦਇਆ ਕਰਦੇ ਹਨ, ਮਿਹਰਾਂ ਦੀ ਨਿਗਾਹ ਨਾਲ ਤੱਕਦੇ ਹਨ। ਕਿਰਪਾ ਕਟਾਕਸ਼ ਅਵਲੋਕਨ ਕੀਨੇ, ਦਾਸ ਕਾ ਦੋਖ ਵਿਦਾਰਿਓ। ਟੇਢੀ ਨਿਗਾਹ ਨਾਲ ਵੀ ਜੇ ਹਜੂਰ ਭਾਵ ਤਿਰਛੀ ਨਿਗਾਹ ਨਾਲ ਜੇ ਤੱਕ ਦੇਣ ਤਾਂ ਵੀ ਦਾਸਰਿਆਂ ਦੇ ਦੁੱਖ ਤੋੜ ਦਿੰਦੇ ਹਨ। ਹਜੂਰ ਕਹਿੰਦੇ ਹਨ, ਐਸੇ ਚਿੰਤਾਮਣੀ ਦਾ ਤੂੰ ਚਿੰਤਨ ਕਰਿਆ ਕਰ ਆਪਣੇ ਮਨ ਦੇ ਵਿੱਚ। ਹੋਰ ਸਭ ਫੁਰਨੇ ਕਰ ਲੈਣਾ ਹੈ, ਸਭ ਵਿਕਾਰ ਮਨ ਕਰਕੇ ਭੋਗ ਲੈਣਾ ਹੈ। ਇਸ ਮਨ ਦੇ ਵਿੱਚ ਹਜੂਰ ਕਹਿੰਦੇ ਹਨ, ਜਿਹੜੇ ਗੁਰਮੁਖ ਹੁੰਦੇ ਹਨ, ਸੁਤਿਆ ਵਾਹੋ ਵਾਹੋ ਉਚਰੈ, ਉੱਠਦਿਆਂ ਵੀ ਵਾਹੋ ਕਰੇਨ। ਮਹਾਰਾਜ ਜੀ ਕਹਿੰਦੇ ਹਨ, ਫਿਰ ਜੇ ਤੂੰ ਜਾਗਦੇ ਕਰੇਗਾ, ਸੁਤਿਆਂ ਵੀ ਤੇਰੇ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਚੱਲੇਗਾ। ਪਰ ਹਜੂਰ ਮੇਰੀ ਕੈਸੀ ਹਾਲਤ ਹੈ ਹਜੂਰ, ਪਤਾ ਹੀ ਨਹੀਂ ਲੱਗਦਾ। ਮਹਾਰਾਜ ਜੀ ਸੁਤਿਆਂ ਵੀ ਕਦੋਂ ਮਹਾਰਾਜ ਜੀ ਸੁਪਨੇ ਵਿੱਚ ਮਾੜੇ ਭਾਵ ਫੁਰਦੇ ਹਨ, ਜਾਗਦਿਆਂ ਤਾਂ ਹਜੂਰ ਮਨ ਕਿੱਥੇ ਵਸ ਵਿੱਚ ਹੈ, ਜਾਗਦਿਆਂ ਤਾਂ ਫੁਰਨੇ ਸੀ। ਹਜੂਰ ਕਹਿੰਦੇ ਹਨ, ਉਸ ਚਿੰਤਾਮਣੀ ਦਾ ਤੂੰ ਵੀ ਚਿੰਤਨ ਕਰਿਆ ਕਰ। ਹੋਏ ਹੈ ਅੰਤ ਸਹਾਈ, ਅੰਤ ਦੇ ਸਮੇਂ ਅਕਾਲ ਪੁਰਖ ਵਾਹਿਗੁਰੂ ਤੇਰੇ ਮੱਥੇ ਤੇ ਪ੍ਰਗਟ ਹੋ ਕੇ ਗਵਾਹੀ ਦੇਣਗੇ। ਪ੍ਰਗਟੇ ਗੋਪਾਲ ਮਹਾਂਤ ਕੇ ਮਾਥੈ, ਤੇਰੇ ਮੱਥੇ ਤੇ ਪ੍ਰਗਟ ਕੇ ਨਾਮ ਗਵਾਹੀ ਦੇਵੇਗਾ। ਇਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਸਿੱਖ ਹੈ। ਯਮਰਾਜ ਹੱਥ ਜੋੜ ਕੇ ਖੜਾ ਹੋ ਜਾਵੇਗਾ, ਹਜੂਰ ਅਸੀਂ ਤਾਂ ਸੇਵਾ ਹੀ ਉਹਨਾਂ ਸਤਿਗੁਰਾਂ ਦੀ ਕਰਦੇ ਹਾਂ। ਹਜੂਰ ਕਹਿੰਦੇ ਹਨ, ਲੋਕ ਸੁਖੀ ਪਰਲੋਕ ਖਲਾਸ ਹੋ ਜਾਣਗੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਸਾਰੇ। ਮਹਾਰਾਜ ਜੀ ਇਸ ਮਾਇਆ ਨੇ ਆਪ ਜੀਆਂ ਦੇ ਚਰਨ ਹਜੂਰ ਵਿਸਾਰ ਛੱਡੇ ਹਨ। ਮਹਾਰਾਜ ਜੀ ਕਿੰਚਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾ ਕਰੇ ਵਿਚਾਰੇ। ਮਹਾਰਾਜ ਜੀ ਅਸੀਂ ਗਰੀਬ ਕੀ ਕਰ ਸਕਦੇ ਹਾਂ ਹਜੂਰ, ਜੇ ਜ਼ੋਰ ਚੱਲਦਾ ਹੁੰਦਾ ਜ਼ੋਰ ਨਾਲ ਹੀ ਨਾਮ ਜਪ ਲੈਂਦੇ ਹਜੂਰ। ਪਰ ਅੰਦਰ ਕਿੰਚਤ ਰਤੀ ਮਾਤਰ ਵੀ ਆਪ ਜੀਆਂ ਦਾ ਉਪਦੇਸ਼ ਸੁਣ ਕੇ ਪ੍ਰੀਤ ਨਾ ਸੀ ਸਾਡੇ ਹਿਰਦੇ ਵਿੱਚ ਉਪਜਦੀ ਹਜੂਰ। ਆਪ ਕਿਰਪਾ ਕਰੋ ਮਹਾਰਾਜ, ਕਿੰਚਤ ਥੋੜੀ ਮਾਤਰ ਪ੍ਰੇਮ ਉੱਠੇ ਹਜੂਰ। ਨਾਸ਼ ਹੁੰਦਾ ਜਾ ਰਿਹਾ ਹੈ, ਇਹ ਦੇਹੀਆਂ ਦਾ ਮਹਾਰਾਜ ਜੀ ਕੀ ਕਰਨਾ ਹੈ, ਇਹ ਤਾਂ ਮਹਾਰਾਜ ਜੀ ਨਾਸ਼ਵੰਤ ਹਨ। ਆਪ ਕਿਰਪਾ ਕਰੋ, ਸਾਰ ਸ੍ਰੇਸ਼ਟ ਵਾਹਿਗੁਰੂ ਮੰਤਰ ਸਾਡੀ ਝੋਲੀ ਵਿੱਚ ਪਾ ਕੇ ਹਜੂਰ ਕਿਰਪਾ ਕਰੋ ਸਾਡੇ ਤੇ। ਇਹ ਸਾਧ ਸੰਗਤ ਜੀ ਹਜੂਰ ਦੀ ਬਾਣੀ ਸ਼ੀਸ਼ਾ ਦਿਖਾਉਂਦੀ ਹੈ, ਮਨਾ ਤੇਰੀ ਹਾਲਤ ਕੈਸੀ ਹੈ, ਕੀ ਮੰਗਣਾ ਚਾਹੀਦਾ ਹੈ। ਮਹਾਰਾਜ ਜੀ ਕਿਰਪਾ ਕਰਨ, ਦੂਸਰ ਨਾਹੀ ਠੌਰ, ਕਿਸ ਕੋ ਜਾਚੋ ਨਰ ਹਰੀ, ਹਰ ਹੋ ਦੀਨ ਅਪਦਾ ਹਰੀ, ਮਿਹਰ ਉਪਾਵੋ ਦੁਖ ਹਰੋ, ਮਇਆ ਕਰੋ ਇਸ ਪਤਿਤ ਪਰ। ਮਹਾਰਾਜ ਜੀ ਵੱਡੇ ਪਾਪੀ ਹਾਂ, ਸਾਡੇ ਤੇ ਮਇਆ ਹਜੂਰ ਸਦਾ ਕਿਰਪਾ ਕਰਨੀ। ਮੰਗਲ ਕਰ ਅਪਦਾ ਹਰੋ, ਦਾਰਿਦਰ ਸਾਗਰ ਮਹਿ ਡੂਬਤੇ, ਹੇ ਮਾਇਆ ਜਗਤਾਤ, ਤੁਛ ਬਾਤ ਤੁਮ ਨਿਕਟ ਹੈ, ਗਹਿ ਪੁਜ ਲਿਹੋ ਰਗਨਾਥ। ਮਹਾਰਾਜ ਜੀ ਸਾਡੇ ਗਰੀਬਾਂ ਦੀ ਬਾਂਹ ਫੜ ਲਓ, ਹਜੂਰ ਕਿਰਪਾ ਕਰੋ। ਅਸੀਂ ਜੇ ਫੜੀ ਸਾਡੇ ਤੋਂ ਛੁੱਟ ਜਾਣੀ ਹੈ, ਯਕੀਨ ਹੈ ਜਦੋਂ ਤੁਸੀਂ ਫੜੋਗੇ ਹਜੂਰ ਫਿਰ ਕੋਈ ਨਹੀਂ ਛੁਡਾ ਸਕਦਾ। ਮਹਾਰਾਜ ਜੀਆਂ ਦਾ ਜੋ ਉਪਦੇਸ਼ ਹਜੂਰ ਸਾਡੇ ਮਨ ਵਿੱਚ ਨਹੀਂ ਸਮਝ ਵੀ ਆਉਂਦਾ, ਪਰ ਜੇ ਤੁਸੀਂ ਕਹਿੰਦੇ ਹੋ ਇਹ ਸੱਤ ਹੈ, ਹਜੂਰ ਕਿਰਪਾ ਕਰਨ ਹਜੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ। ਧੰਨ ਧੰਨ ਜਾਗਦੀ ਜੋਤ ਹਜੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। ਮਾਇਆ ਕੋ ਮਦ ਕਹਾ ਕਰਤ ਹੈ,